शुरू तो ही सोचा ਸੀ कि ਐਂਬੂਲੈਂਸ ਹੀ ਚਲਾਣੀ ਆ ਜਾਂ ਕਿਸੇ ਹੋਰ ਪਾਸੇ ਤੋਂ ਗੱਡੀ ਘੁੰਮਦੀ ਐਂਬੂਲੈਂਸ ਤੇ ਆ ਕੇ ਰੁਕੀ। ਪਹਿਲਾਂ ਇੱਕ ਸ਼ੌਂਕ ਸੀ, ਅੱਜ ਮੇਰੀ ਮਜਬੂਰੀ ਆ। ਬੇਟੀ ਹੋਈ ਵੱਡੀ ਜਦੋਂ 1.5 ਮਹੀਨੇ ਦੀ ਸੀ, ਉਹਨੇ ਜਿੱਦਾਂ ਮਾਰ ਦਿੱਤੀ ਸੀ ਘਰ ਵਾਲੇ ਨੇ। ਇੱਕ 50 ਰੁਪਈਆ ਪਿੱਛੇ ਸਿਰਫ ਸ਼ਰਾਬ ਦੀ ਖਾਤਰ ਕਿ ਮੈਨੂੰ 50 ਰੁਪਏ ਚਾਹੀਦੇ ਆ ਤੇ ਮੈਂ ਉਹਨੂੰ ਦਿੱਤੇ ਨਹੀਂ ਸੀ ਤੇ ਉਹਨੇ ਉਹਨੂੰ ਮਾਰਤਾ ਸੀ। ਤੇ ਆਪਣੇ ਮੁੰਡੇ ਨੂੰ ਹੁਣ ਬਾਹਰ ਭੇਜ ਚੁੱਕੇ ਹੋ, ਬਹੁਤ ਸਟਰੋਂਗ ਹੋ, ਨਹੀਂ ਪੈਣੇ ਰੋਣਾ ਬਿਲਕੁਲ ਵੀ ਨਹੀਂ। ਆਪਾਂ ਦੂਜੀ ਵੀ ਮਾਰੀ ਉਹਨੇ ਇੱਕ ਨਹੀਂ ਮਾਰੀ, ਉਹਨੇ ਦੂਜੀ ਵੀ ਮਾਰੀ। ਫਿਰ 7ਵੇਂ ਮਹੀਨੇ 'ਚ ਹੋਣ ਵਾਲੀ ਸੀ, ਜਿੱਦਾਂ ਉਹਨੂੰ ਉਹ ਵੀ ਪਤਾ ਲੱਗ ਗਿਆ, ਉਹਨੇ ਉਹ ਵੀ ਮਾਰਤੀ ਅੰਦਰ ਹੀ ਕੁੱਟ ਕੇ। ਉਹਨੇ ਟਰੈਕਟਰ ਵੇਚਿਆ, ਉਹਨੇ ਗੱਡੀ ਵੇਚੀ, ਮੋਟਰਸਾਈਕਲ ਵੇਚਿਆ, ਮੱਝਾਂ ਵੇਚੀਆਂ, ਮੈਨੂੰ ਵੀ 200 'ਚ ਵੇਚਿਆ ਉਹ ਬੰਦੇ ਨੇ ਸ਼ਰਾਬ ਦਾ ਕਰਕੇ। ਮੇਰੇ ਘਰ ਬੰਦੇ ਆਏ, ਰਾਤ ਨੂੰ ਗੇਟ ਖੜਕਾਇਆ, ਆਣ ਕੇ ਗੇਟ ਖੋਲ੍ਹ। ਮੈਂ ਕਿ ਕੀ ਕਹਿਣਾ ਦੱਸੋ ਤੁਸੀਂ, ਅਸੀਂ ਤਾਂ ਨਾ ਰਾਤ ਕੱਟਣ ਆਏ, ਤੇਰੇ ਬੰਦੇ ਨੇ ਸਾਡੇ ਕੋਲ 200 ਰੁਪਈਆ ਲਿਆ। ਮੈਂ ਇੰਨੀ ਗੱਲ ਦਾ ਜਵਾਬ ਹੀ ਇੱਕੋ ਵਾਰੀ, ਤੁਸੀਂ ਕਿੰਨੇ ਨੇ ਜਵਾਬ ਨਹੀਂ ਦਿੱਤਾ ਤੁਸੀਂ। ਮੈਂ ਇੱਕ ਵਾਰੀ ਆਪਣੇ ਭਰਾਵਾਂ ਨੂੰ ਜਵਾਬ ਦਿੱਤਾ, ਮੇਰੇ ਭਰਾਵਾਂ ਨੇ ਮੈਨੂੰ ਘਰੋਂ ਕੱਢ ਦਿੱਤਾ ਸੀ। ਮੇਰੀ ਮਾਂ ਦੇ ਹੁੰਦਿਆਂ ਮੇਰੇ ਭਰਾਵਾਂ ਨੇ ਮੈਨੂੰ ਧੱਕੇ ਮਾਰ ਕੇ ਘਰੋਂ ਕੱਢਤਾ ਸੀ। ਇਹ ਗੱਲ ਕਹਿਤੀ ਸੀ ਕਿ ਅੱਜ ਤੋਂ ਬਾਅਦ ਤੂੰ ਇੱਥੇ ਵੜਨਾ ਨਹੀਂ। ਮੇਰਾ ਵਿਆਹ ਭਾਜੀ 15 ਸਾਲ ਦੀ ਉਮਰ ਸੀ ਜਦੋਂ ਮੇਰਾ 90 'ਚ ਵਿਆਹ ਹੋਇਆ। 15 ਸਾਲ ਦੀ ਉਮਰ ਤਾਂ ਬਹੁਤ ਘੱਟ ਹੁੰਦੀ ਹੈ। ਮੇਰੇ ਪਿਓ ਨੇ ਮਰਨ ਲੱਗਿਆ ਮੇਰੀ ਮਾਂ ਦੇ ਨਾਂ ਤੇ ਮੇਰੇ ਭਰਾਵਾਂ ਦੇ ਨਾਂ ਜ਼ਮੀਨ ਲਵਾਤੀ ਸੀ ਤੇ ਮੇਰਾ ਉਹਨਾਂ ਨੇ ਵਿੱਚ ਮੈਂਸ਼ਨ ਕਰਤਾ ਸੀ ਕਿ ਮੇਰੀ ਇੱਕ ਕੁੜੀ ਵਿਆਹਣ ਵਾਲੀ ਆ। ਅੱਜ ਵੀ ਉਹ ਵਸੀਅਤ ਦੇ ਵਿੱਚ ਲਿਖਿਆ ਏ ਕਿ ਮੇਰੀ ਇੱਕ ਕੁੜੀ ਵਿਆਹਣ ਵਾਲੀ ਆ। ਤੇ ਪਰ ਮੇਰੇ ਭਰਾਵਾਂ ਨੇ ਇਹ ਚੀਜ਼ ਨੂੰ ਇਹ ਸੋਚ ਲਿਆ ਵੀ ਇਹ ਵਿਆਹਣ ਵਾਲੀ ਆ, ਵਿੱਚ ਇਹਨਾਂ ਵਸੀਅਤ ਦੇ ਕਰ ਦਿੱਤਾ ਤੇ ਜੇ ਵਿਆਹੀ ਨਾ ਹਜੇ ਗਈ ਤੇ ਇਹਨੇ ਸਾਡੇ ਕੋਲ ਹਿੱਸਾ ਲੈ ਜਾਣਾ। ਮੇਰੇ ਭਰਾਵਾਂ ਨੇ ਕੁਛ ਨਹੀਂ ਦੇਖਿਆ, ਉਹਨਾਂ ਨੇ ਵੇਖਿਆ ਸ਼ਰਾਬੀ ਆ, ਉਹਨਾਂ ਨੇ ਵੇਖਿਆ ਘਰ ਵਾਧਾ ਘਾਟਾ, ਕੁਛ ਨਹੀਂ ਵੇਖਿਆ। ਉਹਨਾਂ ਨੇ ਮਤਲਬ ਕਿ ਮੈਨੂੰ ਉਹਨਾਂ ਨੇ ਵਿਆਹ ਦਿੱਤਾ। ਉਹਨਾਂ ਨੇ ਖੂਹ ਨਹੀਂ ਵੇਖਿਆ, ਖਾਤਾ ਨਹੀਂ ਵੇਖਿਆ, ਮੈਨੂੰ ਵਿਆਹ ਤਾ ਉਹਨਾਂ ਨੇ। ਇੱਕ ਸ਼ਰਾਬੀ ਦੇ ਨਾਲ ਇੱਕ 15 ਸਾਲ ਦਾ ਇਨਸਾਨ ਬੱਚਾ ਕਿੱਦਾਂ ਜ਼ਿੰਦਗੀ ਕੱਟੂਗਾ, ਇਹ ਤੁਸੀਂ ਖੁਦ ਸਾਰੇ ਜਣੇ ਸੋਚ ਸਕਦੇ ਹੋ। ਉੱਥੇ ਖਸਮ ਯਾਰ ਦੱਸੇ ਜਾਂਦੇ ਸੀ। ਉਦੋਂ ਸਾਡੇ ਘਰਾਂ 'ਚ ਇੰਨਾ ਹੁਕਮ ਨਹੀਂ ਸੀ ਹੁੰਦਾ ਸੀ ਬਾਹਰ ਚੱਲ ਜਾਈਏ। ਜੇ ਘਰ ਵਾਲਾ ਕੁੱਟਣ ਪਿਆ ਨਾ ਤਾਂ ਸਾਰੇ ਜਣੇ ਨਾਲ ਲੱਗ ਜਾਂਦੇ ਹੁੰਦੇ ਸੀ। ਮੈਨੂੰ ਫੜਨਾ ਕਰਨਾ ਵੀ ਉਹਨੂੰ ਕੁੱਟਣ ਡਿਆ, ਉਹਨੂੰ ਨਹੀਂ ਫੜਨਾ ਕਿ ਕਿਉਂ ਇਹਨੂੰ ਕੁੱਟਦਾ ਪਿਆ। ਉਹਨੂੰ ਇਹਨੂੰ ਹਰ ਹਾਲਤ 'ਚ ਮੈਂ ਪਹੁੰਚਾਉਣਾ ਆ। ਜਿੱਦਣ ਮਤਲਬ ਕਿ ਕੋਈ ਪੇਸ਼ੈਂਟ ਜਦੋਂ ਇੱਦਾਂ ਬਹਿੰਦਾ ਨਾ ਵਿੱਚ, ਅਗਲੇ ਇਹ ਸੋਚਦੇ ਨਾਲ ਦੇ ਯਾਰ ਜਨਾਨੀ ਆ ਸਾਨੂੰ ਪਹੁੰਚਾ ਦੂਗੀ। ਮਤਲਬ ਕਿ ਉਹਨਾਂ ਦੇ ਮਨ 'ਚ ਇੱਦਾਂ ਡਰ ਹੁੰਦਾ ਆ। ਫਿਰ ਜਦੋਂ ਬਹਿੰਦੇ ਆ ਫਿਰ ਉਹ ਸੋਚਦੇ ਆ ਨਹੀਂ ਬੰਦਿਆਂ ਨਾਲ ਤਾਂ ਜਨਾਨੀ ਗੱਡੀ ਵਧੀਆ ਚਲਾਉਂਦੀ ਆ। ਮੈਂ ਤੁਹਾਨੂੰ ਦੱਸਿਆ ਮੈਂ ਭਰਾ ਦੀ ਗੱਡੀ ਚਲਾਉਂਦੀ, ਉਸ ਤੋਂ ਬਾਅਦ ਮੈਂ ਕੂੜੇ 'ਚੋਂ ਗੱਡੀ ਚੁੱਕ ਕੇ ਮੈਂ ਨਵੀਂ ਗੱਡੀ ਐਂਬੂਲੈਂਸ ਬਣਾ ਕੇ ਫਿਰ ਮੈਂ ਆਪਣੀਆਂ 2 ਗੱਡੀਆਂ ਬਣਾ ਲਈਆਂ ਸੀ, ਆਪਣੀਆਂ ਖੁਦ ਦੀਆਂ ਐਂਬੂਲੈਂਸਾਂ ਖੁਦ ਦੀਆਂ। ਮਤਲਬ ਕਿ ਮੈਂ ਦੂਰ ਜਾਂਦੀ ਹੁੰਦੀ ਸੀ, ਜਿੱਦਾਂ ਡੈਡ ਬੋਡੀਆਂ ਲੈ ਕੇ ਯੂਪੀ, ਬਿਹਾਰ, ਨੇਪਾਲ, ਅਸਾਮ, ਰਾਜਸਥਾਨ, ਬੰਬੇ ਵੱਲ ਨੂੰ ਮੈਂ ਸਾਰੇ ਪਾਸੇ ਜਾਂਦੀ ਹੁੰਦੀ ਸੀ ਡੈਡ ਬੋਡੀਆਂ ਲੈ ਕੇ ਆਪਣੀ ਐਂਬੂਲੈਂਸ ਦੇ ਵਿੱਚ। ਤੇ ਇੱਥੇ ਇੰਗਲੈਂਡ ਮੈਂ ਆਪਣੇ ਬੌਸ ਦੇ ਨਾਲ ਇਹਦਾ ਵਿਆਹ ਕਰ ਦੇਣਾ। ਉਹਦੇ 2 ਨਿਆਣੇ ਆ, ਬੰਦਾ ਹੈਂਡੀਕੈਪ ਆ ਜਿਹਦੇ ਨਾਲ ਮੇਰਾ ਭਰਾ ਮੇਰਾ ਰਿਸ਼ਤਾ ਕਰਨਾ ਚਾਹੁੰਦਾ। ਤੁਸੀਂ ਮੇਰਾ ਸਾਰੀ ਉਮਰ ਤੇ ਸੋਚਿਆ ਨਾ, ਅੱਜ ਜੇ ਤੁਸੀਂ ਮੇਰਾ ਮੁੰਡਾ ਹੋਇਆ ਤੁਸੀਂ ਆਪਣੇ ਸਵਾਰਥ ਵਾਸਤੇ ਮੈਨੂੰ ਕਹਿਣ ਦੇ ਤੇਰਾ ਉੱਥੇ ਕਰਦੀ ਹੈ। ਮੇਰਾ ਤਾਂ ਕੁਛ ਨਾ ਸੋਚਿਆ। ਪਹਿਲਾਂ ਉਹਨੇ 2 ਮਾਰਤੀਆਂ, ਅੱਜ ਮੈਂ ਛੱਡ ਦਵਾਂ ਇੱਕ ਬੱਚਾ, ਮੈਨੂੰ ਕਿਹੜਾ ਸਿਆਣਾ ਕਹੇਗਾ। ਸਤਿ ਸ਼੍ਰੀ ਅਕਾਲ ਦੋਸਤੋ, ਰਹਿਮਤ ਟੀਵੀ ਨਾਲ ਜੁੜੇ ਹੋ ਤੁਸੀਂ। ਮੈਂ ਹਰਵਿੰਦਰ ਖੰਨਾ ਸਵਾਗਤ ਕਰਦਾ। ਅੱਜ ਦੇ ਸਮੇਂ ਦੀ ਗੱਲ ਕਰੀਏ, 21ਵੀਂ ਸਦੀ ਦੇ ਵਿੱਚ ਜੀ ਰਹੇ ਹਾਂ, ਜਿੱਥੇ ਆਪਾਂ ਬਰਾਬਰੀ ਦਾ ਕਹਿੰਦੇ ਰੱਖ ਰਹੇ ਹਾਂ ਕਿ ਭਾਈ ਬੰਦਾ ਵੀ ਉਨਾ ਹੀ ਬਰਾਬਰ ਰੱਖਦਾ ਤੇ ਔਰਤ ਵੀ ਉਨਾ ਹੀ ਹੱਕ ਰੱਖਦੀ ਆ। ਅੱਜ ਇੱਕ ਐਸੀ ਐਗਜ਼ਾਮਪਲ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜਿੱਥੇ ਔਰਤਾਂ ਨੇ, ਕੁੜੀਆਂ ਨੇ ਬੜੀਆਂ ਮੱਲਾਂ ਮਾਰੀਆਂ ਨੇ, ਬਹੁਤ ਵੱਡੀਆਂ ਕਹਿੰਦੇ ਜਿਹੜੀਆਂ ਆਪਾਂ ਸੋਚ ਨਹੀਂ ਸਕਦੇ ਉਹ ਮੱਲਾਂ ਵੀ ਮਾਰ ਦਿੱਤੀਆਂ ਨੇ। ਅੱਜ ਇੱਕ ਐਸੀ ਐਗਜ਼ਾਮਪਲ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ। ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇੱਕ ਐਂਬੂਲੈਂਸ ਖੜੀ ਹੈ। ਐਂਬੂਲੈਂਸ ਨੂੰ ਜਦੋਂ ਆਪਾਂ ਦੇਖਦੇ ਹਾਂ ਜਾਂ ਆਪਾਂ ਰਾਹ ਦੇ ਉੱਤੇ ਜਾਂਦੇ ਵੀ ਦੇਖਦੇ ਹਾਂ ਤਾਂ ਆਪਣੇ ਮੂੰਹ ਦੇ ਵਿੱਚੋਂ ਆਪਣੇ ਆਪ ਵਾਹਿਗੁਰੂ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਿਕਲ ਆਉਂਦਾ ਕਿ ਜੋ ਇਸ ਸ਼ਖਸ ਇਸ ਐਂਬੂਲੈਂਸ ਦੇ ਵਿੱਚ ਆ, ਰੱਬ ਉਸ ਦੀ ਸਿਹਤ ਚੰਗੀ ਰੱਖੇ, ਉਸ ਨੂੰ ਬਲ ਬਖਸ਼ੇ ਕਿ ਉਹ ਉਸ ਬਿਮਾਰੀ ਦਾ ਸਾਹਮਣਾ ਕਰ ਸਕੇ। ਉਸ ਐਂਬੂਲੈਂਸ ਨੂੰ ਚਲਾਉਣ ਵਾਲੇ ਨਾ ਆਪਾਂ ਅਕਸਰ ਦੇਖਦੇ ਹਾਂ ਕਿ ਬੰਦੇ ਹੁੰਦੇ ਨੇ, ਮਰਦ ਹੁੰਦੇ ਨੇ। ਮੈਨੂੰ ਲੱਗਦਾ ਭਾਰਤ ਦੀ ਇਹ ਪਹਿਲੀ ਮਹਿਲਾ ਹੋਊਗੀ ਜੋ ਐਂਬੂਲੈਂਸ ਚਲਾਉਂਦੀ ਹੈ। 1 2 3 4 ਸਾਲਾਂ ਤੋਂ ਨਹੀਂ, 2007 ਤੋਂ, ਬਿਲਕੁਲ ਸਹੀ ਸੁਣ ਰਹੇ ਹਾਂ, 2007 ਤੋਂ ਇਹ ਨਾਪਾਕ ਕਹਿੰਦੇ ਡਰਾਈਵਰੀ ਦਾ ਸ਼ੌਂਕ ਸੀ, ਕਿੱਤਾ ਬਣ ਗਿਆ। ਕਿੱਤਾ ਕਿਵੇਂ ਬਣ ਗਿਆ ਕਿ ਐਂਬੂਲੈਂਸ ਚਲਾਉਣ ਲੱਗ ਗਏ। ਮਨੁੱਖਤਾ ਦੀ ਸੇਵਾ ਵੀ ਕਰਦੇ ਨੇ, ਆਪਣਾ ਘਰ ਵੀ ਚਲਾਉਂਦੇ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਕਿ ਕਿੱਦਾਂ ਇਹ ਸ਼ੌਂਕ ਇੱਕ ਕਿੱਤਾ ਬਣ ਗਿਆ ਤੇ ਐਂਬੂਲੈਂਸ ਹੀ ਕਿਉਂ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ ਹੈ ਸਾਡੇ ਚੈਨਲ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੇਰੇ ਨਾਮ ਜ਼ਰੂਰ ਦੱਸ ਦਿਓ। ਮੇਰਾ ਨਾਮ ਮਨਜੀਤ ਕੌਰ, ਐਂਬੂਲੈਂਸ ਡਰਾਈਵਰ ਜਲੰਧਰ ਤੋਂ ਜੀ।
ਹਾਂਜੀ ਇਹ ਨਾਂ ਜੁੜ ਗਿਆ ਮੇਰੀ ਜ਼ਿੰਦਗੀ ਨਾਲ ਹੁਣ। ਇਹ ਕਿਵੇਂ? ਕਿਉਂਕਿ ਇਹ ਇੱਕ ਮੈਨੂੰ ਇਹਦੇ ਤੋਂ ਨਾਮ ਮਿਲਿਆ, ਵੈਸੇ ਮੈਨੂੰ ਕੋਈ ਨਹੀਂ ਸੀ ਜਾਣਦਾ। ਸ਼ੁਕਰ ਕਰਨੀ ਆ ਉਹਨਾਂ ਦਾ ਜਿਨ੍ਹਾਂ ਮੈਨੂੰ ਧੱਕਾ ਦਿੱਤਾ ਤੇ ਅੱਜ ਇਹ ਨਾਮ ਮਿਲ ਗਿਆ। ਮੈਂ ਉਹੀ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਜਿਵੇਂ ਨਾ ਸਾਡੇ ਦਰਸ਼ਕ ਦੇਖ ਰਹੇ ਹੋਣਗੇ, ਕੁੜੀਆਂ ਨੂੰ ਆਪਾਂ ਗੱਡੀਆਂ ਚਲਾਉਂਦੇ ਦੇਖ ਲੈਂਦੇ ਆ, ਟਰੈਕਟਰ ਚਲਾਉਂਦੇ ਵੀ ਦੇਖ ਲੈਂਦੇ ਆ। ਐਂਬੂਲੈਂਸ ਪਹਿਲੀ ਮਹਿਲਾ ਮੇਰੇ ਹਿਸਾਬ ਨਾਲ, ਜਿੱਥੇ ਤੱਕ ਮੇਰੀ ਨੌਲੇਜ ਆ ਉਸ ਹਿਸਾਬ ਨਾਲ ਪਹਿਲੀ ਮਹਿਲਾ ਮੈਂ ਤਾਂ ਤੁਹਾਨੂੰ ਮਿਲ ਰਿਹਾ ਹੈਗਾ ਜੋ ਐਂਬੂਲੈਂਸ ਚਲਾਉਂਦੇ ਨੇ। ਇਹ ਇੱਧਰ ਨੂੰ ਸ਼ੌਂਕ ਕਿਵੇਂ ਪੈ ਗਿਆ? ਪਹਿਲਾਂ ਇੱਕ ਸ਼ੌਂਕ ਸੀ, ਅੱਜ ਮੇਰੀ ਮਜਬੂਰੀ ਆ। ਸ਼ੌਂਕ ਇਦਾਂ ਸੀ ਮਤਲਬ ਕਿ ਜਿੱਦਾਂ ਛੋਟੇ ਹੁੰਦੇ ਸੀ ਡਰਾਈਵਰੀ ਦਾ ਸ਼ੌਂਕ ਸੀ। ਪਹਿਲਾਂ ਸਾਈਕਲ ਸੀ ਚਲਾਉਣਾ, ਫਿਰ ਟਰੈਕਟਰ ਚਲਾਉਣਾ, ਭਰਾਵਾਂ ਦੇ ਨਾਲ ਰਾਤ ਨੂੰ ਤੁਰ ਪੈਣਾ ਚਾਅ ਦੇ ਨਾਲ, ਜਿੱਦਾਂ ਭੈਣ ਭਰਾਵਾਂ ਦਾ ਚਾਅ ਹੁੰਦਾ। ਬਾਅਦ 'ਚ ਮੇਰੀ ਮਾਂ ਘਰ ਵਾਲਾ ਜਿੱਦਾਂ ਸ਼ਰਾਬੀ ਰਹਿਣ ਕਰਕੇ ਮੈਂ ਜ਼ਿਆਦਾ ਆਪਣੇ ਪੇਕੇ ਰਹਿੰਦੀ ਹੁੰਦੀ ਸੀ। ਫਿਰ ਮੇਰੀ ਮਾਂ ਨੂੰ ਐਂਬੂਲੈਂਸ 'ਤੇ ਲੈ ਕੇ ਆਉਂਦੇ ਹੁੰਦੇ ਸੀ, ਕਪੂਰਥਲੇ ਤੋਂ ਜਲੰਧਰ ਲੈ ਕੇ ਆਉਣਾ, ਅਤੇ ਮੈਂ ਉਹਨਾਂ ਦੇ ਨਾਲ ਬਹਿਣਾ ਕਰਨਾ। ਮੈਂ ਸੱਚ ਕਹਿੰਦੀ ਹਾਂ, ਮੈਂ ਉਸ ਵੇਲੇ ਮਾਂ ਨੂੰ ਘੱਟ ਦੇਖਦੀ, ਮੈਂ ਐਂਬੂਲੈਂਸ ਦੇਖਦੀ ਵੀ ਇਹ ਵੀ ਇੱਕ ਬੰਦਾ ਹੀ ਚਲਾਉਣ ਡਿਆ ਨਾ, ਕਿੱਦਾਂ ਗੱਡੀ ਚਲਾਉਂਦਾ ਪਿਆ, ਵੀ ਨਾਲ ਪੇਸ਼ੈਂਟ ਨੂੰ ਪਿੱਛੇ ਦੇਖਦਾ ਆ, ਅੱਗੇ ਰਸਤਾ ਵੀ ਲੋਕੀ ਦੇਣ ਡਏ ਆ, ਅੱਗੋਂ ਗੱਡੀ ਲੰਘਦੀ ਵੀ ਜਾਂਦੀ ਆ, ਵੀ ਇਹ ਬੰਦਾ ਕਿੰਨਾ ਕਰਮਾਂ ਵਾਲਾ ਆ ਨਾ ਜਿਹੜਾ ਗੱਡੀ ਚਲਾਉਣ ਡਿਆ। ਮਤਲਬ ਕਿ ਉਹ ਚੀਜ਼ ਨੂੰ ਮੈਂ ਦੇਖਦੀ, ਉਹ ਮੈਂ ਮਾਂ ਨੂੰ ਨਹੀਂ ਸੀ ਮਤਲਬ ਕਿ ਉਸ ਟਾਈਮ ਇਹ ਹੁੰਦਾ, ਮੈਂ ਉਹਨੂੰ ਦੇਖਦੀ ਸੀ ਬ੍ਰੇਕ, ਕਲੱਚ, ਰੇਸ ਕਿੱਦਾਂ, ਹੂਟਰ ਕਿੱਦਾਂ ਚਲਾਉਂਦਾ, ਉਹ ਮੈਂ ਦੇਖਦੀ ਹੁੰਦੀ ਸੀ। ਤੇ ਪਰ ਪਤਾ ਨਹੀਂ ਸੀ ਮੈਨੂੰ ਕਿ ਮੈਂ ਇਸ ਲਾਈਨ 'ਤੇ ਪੈ ਜਾ। ਹੁਣ ਮੈਂ ਜਿਵੇਂ ਸ਼ੁਰੂਆਤ ਦੇ ਵਿੱਚ ਵੀ ਦੱਸਿਆ ਕਿ 2007 ਤੋਂ ਤੁਸੀਂ ਇਸ ਐਂਬੂਲੈਂਸ ਚਲਾ ਰਹੇ ਹੋ। ਸਭ ਤੋਂ ਪਹਿਲਾਂ ਸ਼ੁਰੂ ਤੋਂ ਹੀ ਸੋਚਿਆ ਸੀ ਕਿ ਐਂਬੂਲੈਂਸ ਹੀ ਚਲਾਉਣੀ ਆ ਜਾਂ ਕਿਸੇ ਹੋਰ ਪਾਸੇ ਤੋਂ ਗੱਡੀ ਘੁੰਮਦੀ ਐਂਬੂਲੈਂਸ 'ਤੇ ਆ ਕੇ ਰੁਕੀ? ਨਹੀਂ, ਜਿਸ ਤਰ੍ਹਾਂ ਮੈਂ ਘਰੋਂ, ਮੇਰਾ ਸਾਰਾ ਕੁਝ ਘਰੋਂ ਵਿਕ ਗਿਆ ਸੀ, ਕੁਛ ਵੀ ਨਹੀਂ ਸੀ ਘਰ ਦੇ ਵਿੱਚ, ਸਾਰਾ ਕੁਝ ਹੀ ਘਰ ਵਾਲੇ ਨੇ ਵੇਚ ਦਿੱਤਾ ਸੀ ਨਸ਼ੇ ਦੇ ਕਾਰਨ, ਸ਼ਰਾਬਾਂ ਦੇ ਕਾਰਨ। ਸ਼ਰਾਬਾਂ ਦਾ ਕਾਰਨ, ਨਸ਼ੇ ਦਾ ਕਾਰਨ। ਅੱਜ ਤੇ ਚਲੋ ਚਿੱਟੇ ਚੱਲ ਪਏ ਆ, ਦੂਜੇ ਆ ਕੀ ਕਈ ਕੁਛ ਨਸ਼ੇ ਚੱਲ ਪਏ ਆ ਨਾ। ਉਦੋਂ ਇੱਕ ਸ਼ਰਾਬ ਹੀ ਸੀ ਜ਼ਿਆਦੀ, ਫੀਮ ਖਾਂਦਾ ਹੁੰਦਾ ਸੀ, ਸ਼ਰਾਬ ਪੀਂਦਾ ਹੁੰਦਾ ਸੀ, ਕਿਉਂਕਿ ਡਰਾਈਵਰ ਸੀ ਜਿੱਦਾਂ ਲਾ ਲਓ ਵੀ ਸਾਡੇ ਸਹੁਰਾ ਸਾਹਿਬ ਜਿਹੜੇ ਡਰਾਈਵਰ ਹੁੰਦੇ ਸੀ ਉਹ ਤਾਂ ਬੜੇ ਨੇਕ ਬੰਦੇ ਹੁੰਦੇ ਸੀ, ਵੀ ਬੰਬੇ ਦੇ ਵਿੱਚ ਨਾਂ ਸੀ ਉਹਨਾਂ ਦਾ ਚੱਲਦਾ। ਅਤੇ ਇਹ ਅੱਗੋਂ ਵੈਲੀ ਪੂਰਾ ਨਿਕਲਿਆ, ਕੋਈ ਤਮਾਕੂ ਨਹੀਂ ਇਹਨੇ ਛੱਡਣਾ, ਕੋਈ ਕੁਛ ਨਹੀਂ ਹੈ ਨਾ। ਇਹਨੇ ਸਾਰਾ ਕੁਝ ਵੇਚਣ ਦਾ ਕਰਕੇ ਫਿਰ ਹਿਸਾਬ ਲਾ ਲਓ ਵੀ ਮੈਂ ਉੱਥੋਂ ਇੱਥੇ ਜਲੰਧਰ ਆ ਗਈ ਸੀ, ਪਿੰਡੋਂ ਆਪਣੇ। ਕਿਹੜੇ ਸਾਲ ਦੀ ਗੱਲ ਹੋਣੀ ਆ ਇਹ? ਇਹ ਮੈਂ 2006-07 ਦੇ ਵਿੱਚ ਹੀ ਆਈ ਹਾਂ ਇੱਥੇ ਜਲੰਧਰ, ਕਪੂਰਥਲੇ ਤੋਂ। ਉੱਥੋਂ ਫਿਰ ਜਦੋਂ ਮੈਂ ਆਈ ਹਾਂ, ਫਿਰ ਮੇਰੇ ਕੋਲ ਆਮਦਨ ਦਾ ਸਾਧਨ ਕੁਛ ਨਹੀਂ ਸੀ। ਮੈਂ ਬੇਟਾ ਵੀ ਪਾਲਣਾ ਸੀ, ਇੱਕ ਨਾਲ ਮੇਰੀ ਨਨਾਣ ਸੀ ਮੈਂਟਲ, ਇੱਕ ਮੇਰਾ ਜੇਠ ਸੀ ਮੈਂਟਲ ਨਾ। ਚਲੋ ਉਹ ਕੁਦਰਤੀ ਆ ਹੈ ਨਾ, ਇਹ ਨਸ਼ੇੜੀ ਸੀ, ਇਹ ਕੁਦਰਤੀ ਨਹੀਂ ਸੀ, ਪਰ ਇਹ ਵੀ ਮੇਰੇ ਨਾਲ ਹੀ ਆਇਆ ਸੀ। ਬੱਚਾ ਸੀ ਛੋਟਾ ਕੋਲ, ਮੇਰੇ ਬੇਟਾ ਸੀ ਹੈ ਨਾ, ਉਹਨੂੰ ਰੋਟੀ ਵੀ ਖਵਾਉਣੀ ਸੀ, ਉਹਨੂੰ ਪਾਲਣਾ ਪੋਸ਼ਣਾ ਵੀ ਸੀ। ਜੱਟਾਂ ਜ਼ਿਮੀਂਦਾਰਾਂ 'ਚ ਹੁੰਦਾ ਬੱਚਾ ਪੜ੍ਹਿਆ ਲਿਖਿਆ ਹੋਵੇ ਜਾਂ ਜ਼ਮੀਨ ਹੋਵੇ। ਘਰ ਨੂੰ ਛੱਡਣਾ ਮਜਬੂਰੀ ਕਿਉਂ ਪੈ ਗਈ? ਕਿ ਯਾਨੀ ਕਿ ਘਰ ਵਾਲੇ ਨੇ ਜ਼ਮੀਨ ਸਾਰੀ ਵੇਚ ਛੱਡੀ, ਫਿਰ ਹੁਣ ਖਾਣਾ ਕੀ ਸੀ ਉੱਥੇ ਰਹਿ ਕੇ? ਕੁਛ ਵੀ ਨਹੀਂ ਸੀ ਕੋਲ ਖਾਣ ਵਾਸਤੇ, ਅਤੇ ਸ਼ਰੀਕੇ ਨੇ ਇੰਨਾ ਖਾਣ ਨੂੰ ਦਿੱਤਾ ਨਹੀਂ, ਘਰ ਵਾਲੇ ਨੂੰ ਦਰੰਗ ਵੀ ਹੋ ਗਿਆ, ਫਿਰ ਵੀ ਮੈਂ ਉਹਨੂੰ ਨਾਲ ਹੀ ਰੱਖਿਆ ਸੀ। ਫਿਰ ਜਦੋਂ ਮੈਂ ਜ਼ਿਆਦਾ, ਤੁਹਾਨੂੰ ਪਹਿਲਾਂ ਦੱਸਿਆ ਕਿ ਆਪਣੀ ਮਾਂ ਨੂੰ ਜਲੰਧਰ ਲੈ ਕੇ ਆਉਂਦੀ ਸੀ, ਅਤੇ ਫਿਰ ਉਸੇ ਭਰਾ ਨੇ ਮੂੰਹ ਬੋਲਿਆ, ਉਹ ਮੇਰੀ ਮਾਂ ਨੇ ਪਹਿਲਾਂ ਆਪਣਾ ਪੁੱਤ ਬਣਾ ਲਿਆ, ਕਿਉਂਕਿ ਮੇਰੀ ਮਾਂ ਨੂੰ ਮੇਰੇ ਭਰਾਵਾਂ ਨੇ ਨਹੀਂ ਸੀ ਸਾਂਭਿਆ ਜ਼ਮੀਨ ਦੀ ਖਾਤਰ। ਜ਼ਮੀਨ ਆਪਣੇ ਨਾਂ ਕਰਾਉਣ ਕਰਕੇ ਉਹਨਾਂ ਨੇ ਮੇਰੀ ਮਾਂ ਨੂੰ ਨਹੀਂ ਸੀ ਸਾਂਭਿਆ। ਉਹ ਹਿਸਾਬ ਲਾ ਲਓ 7 ਬਗਾਨਾ ਸੀ, ਸਾਡਾ ਕੁਛ ਨਹੀਂ ਸੀ ਲੱਗਦਾ ਗੁਰੂ ਨਾਨਕ ਮਿਸ਼ਨ ਦਾ। ਉਹਨੂੰ ਲੈ ਕੇ ਉਹ ਇੱਥੇ ਹੁੰਦਾ ਸੀ, ਮੈਂ ਉਹਦੇ ਨਾਲ ਆਉਂਦੀ ਹੁੰਦੀ ਸੀ। ਮੇਰੀ ਮਾਂ ਨੇ ਉਹਨੂੰ ਆਪਣਾ ਪੁੱਤ ਬਣਾ ਲਿਆ ਸੀ। ਫਿਰ ਮੈਂ ਉਹੀ ਦੇਖਦੀ ਹੁੰਦੀ ਸੀ, ਉਹਨੇ ਕਹਿਣਾ ਵੀ ਹੁਣ ਤੂੰ ਕੁੜੀ ਇਹਨੂੰ ਕਿੱਦਾਂ ਪਾਲੇਂਗੀ, ਮੁੰਡੇ ਨੂੰ ਕਿੱਦਾਂ ਭੈਣੇ ਪਾਲੇਂਗੀ। ਮਤਲਬ ਕਿ ਉਹ ਮੈਨੂੰ ਇੱਧਰ ਲੈ ਆਇਆ ਸੀ, ਉਹ ਇੱਧਰ ਜਲੰਧਰ ਲੈ ਆਇਆ। ਪਰ ਇੱਥੇ ਆਣ ਕੇ ਉਹਨੇ ਇਹ ਨਹੀਂ ਸੀ ਸੋਚਿਆ ਕਿ ਮੈਂ ਐਂਬੂਲੈਂਸ ਚਲਾਵਾਂਗੀ। ਮੈਂ ਇੱਥੇ ਆਣ ਕੇ ਲੋਕਾਂ ਦੇ ਘਰ ਝਾੜੂ ਪੋਚੇ ਕੀਤੇ, ਲੋਕਾਂ ਦੇ ਭਾਂਡੇ ਮਾਂਜੇ, ਕੱਪੜੇ ਧੋਤੇ। ਇੱਕ ਦਿਨ ਉਹ ਫਿਰ ਜਿੱਦਾਂ ਆਇਆ, ਕਹਿੰਦਾ ਵੀ ਤੂੰ ਇੱਦਾਂ ਕਿੱਦਾਂ ਗੁਜ਼ਾਰਾ ਕਰੇਂਗੀ, ਮੁੰਡੇ ਨੂੰ ਪੜ੍ਹਾਉਣਾ ਲਿਖਾਉਣਾ ਆ, ਮੁੰਡਾ ਵੱਡਾ ਹੋਣ ਡਿਆ ਆ, ਕਿੱਦਾਂ ਕਰੇਂਗੀ? ਮੈਂ ਕਿਹਾ ਫਿਰ ਮੈਂ ਕੀ ਕਰਾਂ? ਮੈਨੂੰ ਕਹਿੰਦਾ ਤੂੰ ਗੱਡੀ ਚਲਾ ਲੇਂਗੀ। ਮਤਲਬ ਕਿ ਮੇਰੇ ਦਿਮਾਗ 'ਚ ਨਹੀਂ ਸੀ ਮੈਂ ਗੱਡੀ ਚਲਾਉਣੀ। ਮੈਂ ਕਿਹਾ ਹਾਂ ਮੈਂ ਚਲਾਵਾਂਗੀ। ਕਹਿੰਦਾ ਚੱਲ ਠੀਕ ਆ। ਮਤਲਬ ਜਿੱਦਾਂ ਉਹਨੇ ਦਿਨੇ ਗੇੜਾ ਗੂੜਾ ਲਾ ਕੇ ਆਉਣਾ, ਸਾਡੇ ਘਰ ਦੇ ਵਿੱਚ ਸਾਰੀ ਫੈਮਿਲੀ ਸੀ, ਮੇਰਾ ਘਰ ਵਾਲਾ ਵੀ ਸੀ ਨਾਲ, ਸਾਰੇ ਸੀ ਨਾਲ ਨਾ। ਅਤੇ ਰਾਤ ਨੂੰ ਅਸੀਂ ਗਲੀਆਂ ਦੇ ਵਿੱਚ ਨਾਲ ਬੇਟੇ ਨੇ ਬਹਿ ਜਾਣਾ ਕਰਨਾ, ਫਿਰ ਅਸੀਂ ਗੱਡੀ ਸਿੱਖਿਆ ਕਰਨੀ ਗਲੀ ਦੇ ਵਿੱਚ। ਮਤਲਬ 15 ਦਿਨ ਦੇ ਵਿੱਚ ਉਹਨੇ ਮੈਨੂੰ ਗੱਡੀ ਸਿਖਾ ਦਿੱਤੀ ਸੀ। ਕਿਹੜੀ ਗੱਡੀ ਸਿੱਖੀ ਸੀ ਸਭ ਤੋਂ ਪਹਿਲਾਂ? ਓਮਨੀ ਵੈਨ, ਐਂਬੂਲੈਂਸ ਹਾਂ। ਇਹਨੂੰ ਪ੍ਰੋਪਰ ਕਿੱਤੇ ਮੰਗੇ, ਫਿਰ ਉਹ 15 ਦਿਨ ਬਾਅਦ ਤੁਸੀਂ ਜੌਬ ਕਰਨ ਲੱਗੇ? 15 ਦਿਨ ਬਾਅਦ ਫਿਰ ਮੈਨੂੰ ਜਿੱਦਾਂ ਉਹਨੇ ਲੁਧਿਆਣੇ ਰੋਡ 'ਤੇ ਗੱਡੀ ਚਲਾਉਣੀ ਸਿਖਾ ਦਿੱਤੀ ਸੀ। ਮਤਲਬ ਮੇਰੇ ਮਨ 'ਚ ਇਹ ਆ ਗਿਆ ਕਿ ਮੈਂ ਹੁਣ ਚਲਾਵਾਂਗੀ। ਫਿਰ ਪਹਿਲੇ ਦਿਨ ਹੀ ਜਿੱਦਣ ਮੈਨੂੰ ਮਿਲੀ ਨਾ ਕਿ ਡੈੱਡ ਬੋਡੀ ਮਿਲੀ ਇੱਕ ਮਾਂ ਦੀ, ਪਹਿਲੇ ਦਿਨ ਹੀ ਜਦੋਂ ਉਹਨੇ ਛੱਡਤਾ ਵੀ ਤੂੰ ਹੁਣ ਗੱਡੀ ਚਲਾ, ਮੈਂ ਹੋਰ ਆਪੇ ਚਲਾ ਲਾਂਗਾ, ਉਹਨੇ ਆਪਣੀ ਗੱਡੀ ਮੈਨੂੰ ਦੇ ਦਿੱਤੀ ਚਲਾਉਣ ਵਾਸਤੇ। ਅਤੇ ਮੈਂ ਉਹ ਡੈੱਡ ਬੋਡੀ ਇੱਕ ਲੈ ਕੇ ਗਈ ਇੱਕ ਮਾਂ ਦੀ, ਪਰ ਮੇਰੀ ਮਾਂ ਮਰੀ ਸੀ ਅਜੇ, ਤਾਜ਼ੀ ਮਾਂ ਮਰੀ ਸੀ। ਮੈਨੂੰ ਉਹਨਾਂ ਨੂੰ ਵੇਖ ਕੇ ਰੋਣ ਬੜਾ ਆਇਆ ਕਿ 3 ਭੈਣਾਂ ਨੇ, ਇਹਨਾਂ ਦੀ ਮਾਂ ਮਰ ਗਈ, ਹੁਣ ਇਹਨਾਂ ਦਾ ਕੀ ਬਣੂ? ਕੋਈ ਭਰਾ ਨਹੀਂ ਪੁੱਛਦਾ, ਮਾਂ ਦੇ ਨਾਲ ਪੇਕੇ ਹੁੰਦੇ ਆ, ਭਰਾ ਨਹੀਂ ਪੁੱਛਦੇ।
ਪਰ ਮੇਰੇ ਭਰਾ ਨੇ ਮੈਨੂੰ ਆਣ ਕੇ ਝਿੜਕਿਆ ਬਹੁਤ, ਕਹਿੰਦਾ ਤੂੰ ਇਹ ਕੰਮ ਕੀਤਾ, ਗਲਤ ਕੀਤਾ, ਜਾਂ ਤੇ ਤੂੰ ਰੋ ਲੈ ਤੇ ਜਾਂ ਤੂੰ ਐਂਬੂਲੈਂਸ ਲਾ ਲੈ। ਜਦੋਂ ਆਪਾਂ ਕੋਈ ਡੈੱਡ ਬੋਡੀ ਲੈ ਕੇ ਦੇਖਦੇ ਆ ਜਾਂ ਐਂਬੂਲੈਂਸ, ਜੋ ਉਸ ਵਾਹਨ ਨੂੰ ਚਲਾ ਰਿਹਾ ਹੁੰਦਾ, ਜੋ ਉਹ ਗੱਡੀ ਨੂੰ ਚਲਾ ਰਿਹਾ ਹੁੰਦਾ, ਉਹ ਬੜਾ ਸਖਤ ਬੈਠਣਾ ਦਾ, ਕਿਉਂਕਿ ਪਿੱਛੇ ਉਸ ਡੈੱਡ ਬੋਡੀ ਨੂੰ ਦੇਖ ਕੇ ਉਹਨਾਂ ਦੇ ਸਗੀ ਸੰਬੰਧੀ, ਉਹਨਾਂ ਦੇ ਪਰਿਵਾਰ ਵਾਲੇ ਬੜਾ ਰੋ ਰਹੇ ਹੁੰਦੇ ਨੇ। ਤੇ ਆਪਾਂ ਡਰਾਈਵ ਵੀ ਕਰ ਰਹੇ ਨੇ ਤੇ ਉਹ ਚੀਂਗ ਝਿਗਾੜਾ ਵੀ ਆਪਣੇ ਕੰਨਾਂ ਦੇ ਵਿੱਚ ਕਿਤੇ ਨਾ ਕਿਤੇ ਵੱਜਦਾ ਹੁੰਦਾ, ਤਾਂ ਬੜਾ ਕਠੋਰ ਦਿਲ ਬਣਨਾ ਪੈਂਦਾ। ਨਹੀਂ, ਪਹਿਲੇ ਦਿਨ ਮੈਂ ਬੜਾ ਰੋਈ ਆ, ਬਾਅਦ ਦੇ ਵਿੱਚ ਜਦੋਂ ਮੇਰੇ ਭਰਾ ਨੇ ਇੰਨੀ ਗੱਲ ਉਹਨੇ ਕਹੀ ਵੀ ਤੂੰ ਜਾਂ ਤੇ ਰੋਲਾ ਜਾਂ ਰੋਟੀ ਕਮਾ ਲੈ, ਫਿਰ ਮੈਂ ਇਹੀ ਸੋਚਿਆ ਵੀ ਮੈਂ ਰੋਟੀ ਕਮਾਣੀ, ਰੋਣਾ ਕਾਹਦੇ ਲਈ, ਮਾਂ ਨੇ ਕਿਹੜਾ ਮੋੜ ਆਉਣਾ ਹੁਣ, ਮਾਂ ਤਾਂ ਸਾਰੀ ਉਮਰ ਨਹੀਂ ਮੈਨੂੰ ਭੁੱਲਣੀ, ਉਹ ਕਮੀ ਮੈਨੂੰ ਸਾਰੀ ਉਮਰ ਨਹੀਂ ਪੂਰੀ ਹੋਣੀ। ਪਰ ਫਿਰ ਮੈਂ ਉਸ ਤੋਂ ਬਾਅਦ ਮੈਂ ਪਿੱਛਾ ਭੌਂ ਕੇ ਨਹੀਂ ਦੇਖਿਆ, ਮੈਂ ਮਤਲਬ ਕਿ ਅੰਦਰ ਹੀ ਮੇਰਾ ਮਰ ਗਿਆ ਸੀ, ਰੋ ਰੋ ਕੇ ਪਹਿਲਾਂ ਹੀ ਘਰ ਵਾਲਿਆਂ ਨੂੰ, ਪੇਕਿਆਂ ਨੂੰ ਰੋ ਰੋ ਕੇ, ਜਿੱਦਾਂ ਅੰਦਰ ਮੇਰਾ ਪਹਿਲਾਂ ਹੀ ਕਠੋਰ ਹੋ ਗਿਆ ਸੀ। ਫਿਰ ਮੈਂ ਉਦੋਂ ਬਾਅਦ 'ਚ ਨਹੀਂ ਰੋਈ। ਝੀਂਗ ਝਗਿਆੜਾ ਸੱਚੀ ਬਹੁਤ ਪੈਂਦਾ ਆ ਜਦੋਂ ਕੋਈ ਇੱਦਾਂ ਹੁੰਦਾ ਆ ਨਾ, ਫਿਰ ਬਰਦਾਸ਼ਤ ਨਹੀਂ ਹੁੰਦਾ। ਪਰ ਮੇਰਾ ਇਹ ਹੁੰਦਾ ਆ ਵੀ ਜਿਹੜਾ ਬੰਦਾ ਪੇਸ਼ੈਂਟ ਆ ਨਾ, ਉਹਨੂੰ ਇਹਨੂੰ ਹਰ ਹਾਲਤ 'ਚ ਮੈਂ ਪਹੁੰਚਾਉਣਾ ਆ। ਜਿੱਦਣ ਮਤਲਬ ਕਿ ਕੋਈ ਪੇਸ਼ੈਂਟ ਜਦੋਂ ਇੱਦਾਂ ਬਹਿੰਦਾ ਨਾ ਵਿੱਚ, ਅਗਲੇ ਇਹ ਸੋਚਦੇ ਨਾਲ ਦੇ ਯਾਰ ਜਨਾਨੀ ਆ ਸਾਨੂੰ ਪਹੁੰਚਾ ਦੂਗੀ, ਮਤਲਬ ਕਿ ਉਹਨਾਂ ਦੇ ਮਨ 'ਚ ਇੱਦਾਂ ਡਰ ਹੁੰਦਾ ਆ। ਫਿਰ ਜਦੋਂ ਬਹਿੰਦੇ ਆ ਫਿਰ ਉਹ ਸੋਚਦੇ ਆ ਨਹੀਂ ਬੰਦਿਆਂ ਨਾਲ ਤਾਂ ਜਨਾਨੀ ਗੱਡੀ ਵਧੀਆ ਚਲਾਉਂਦੀ ਆ। ਇਸ ਵਕਤ ਪਰਿਵਾਰ ਦੇ ਵਿੱਚ ਕੌਣ ਕੌਣ ਆ? ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਜਦੋਂ ਮੈਂ ਉਰੇ ਆਈ ਤਾਂ ਤੁਹਾਡਾ ਜੇਠ ਸੀ, ਨਣਦ ਸੀ ਤੇ ਤੁਹਾਡੇ ਹਸਬੈਂਡ ਸੀਗੇ, ਹੁਣ ਇਸ ਵਕਤ ਕੌਣ? ਮੇਰਾ ਬੇਟਾ ਹੀ ਆ। ਬੇਟਾ ਜਿਸ ਤਰ੍ਹਾਂ ਮੇਰਾ ਡਾਕਟਰ ਸਾਹਿਬ ਨੇ ਬਾਹਰ ਭੇਜਤਾ, ਡਾਕਟਰ ਜੋਲ ਨੇ, ਤੇ ਹੁਣ ਮੈਂ ਇਕੱਲੀ ਰਹਿੰਦੀ ਆ। ਮੈਂ ਇਕੱਲੀ ਰਹਿੰਦੀ ਆ ਹੁਣ, ਰਾਤ ਦੀ ਜਿੱਦਾਂ ਡਿਊਟੀ ਕਰਨੀ ਆ, ਫਿਰ ਦਿਨੇ ਮੈਂ ਜਿੱਦਾਂ ਡਰਾਈਵਿੰਗ ਸਕੂਲ ਖੋਲ੍ਹਿਆ ਨਾਲ, ਫਿਰ ਮੈਂ ਉਹ ਕਰਨੀ ਆ, ਤੇ ਫਿਰ ਇਕੱਲੀ ਹੋਈ ਆ। ਤੁਹਾਡੇ ਸਾਰੇ ਭੈਣ ਭਰਾਵਾਂ ਦੇ ਨਾਲ ਇਕੱਲੀ ਕਰਦੀ ਆ। ਭੈਣੇ, ਹੁਣ ਜਿਵੇਂ ਤੁਸੀਂ ਦੱਸ ਰਹੇ ਸੀ ਆਪਣੀ ਜ਼ਿੰਦਗੀ ਬਾਰੇ ਕਿ ਮੈਂ ਉਹ ਸ਼ਰਾਬੀ ਨਾਲ ਵਿਆਹ ਤੀ ਤੇ ਇੰਨਾ ਔਖਾ ਲੰਮਾ ਸਮਾਂ, ਕਿਹੜੀ ਉਮਰ ਦੇ ਵਿੱਚ ਵਿਆਹ ਹੋ ਗਿਆ ਸੀ ਤੁਹਾਡਾ? ਮੇਰਾ ਵਿਆਹ ਭਾਜੀ 15 ਸਾਲ ਦੀ ਉਮਰ ਸੀ ਜਦੋਂ ਮੇਰਾ 90 'ਚ ਵਿਆਹ ਹੋਇਆ। 15 ਸਾਲ ਦੀ ਉਮਰ? 15 ਸਾਲ ਦੀ ਉਮਰ ਤਾਂ ਬਹੁਤ ਘੱਟ ਹੁੰਦੀ ਹੈ। ਉਹ ਕਿਹਨੇ ਕਰਤਾ ਸੀ ਵਿਆਹ? ਇਹ ਤੁਹਾਡੇ ਫੈਮਿਲੀ ਚੋਂ ਭੈਣਾਂ ਨੇ ਕੀਤਾ ਸੀ ਤੇ ਮੇਰੀਆਂ ਭਰਜਾਈਆਂ ਨੇ, ਕਿਉਂਕਿ ਗੱਲ ਫਿਰ ਉੱਥੇ ਜ਼ਮੀਨ ਤੇ ਮੁੱਕਦੀ ਆਣ ਕੇ, ਧੀਆਂ ਦੇ ਹੱਕ ਤੇ ਮੁੱਕਦੀ ਆਣ ਕੇ। ਮੇਰੇ ਪਿਓ ਨੇ ਮਰਨ ਲੱਗਿਆ ਮੇਰੀ ਮਾਂ ਦੇ ਨਾਂ ਤੇ ਮੇਰੇ ਭਰਾਵਾਂ ਦੇ ਨਾਂ ਜ਼ਮੀਨ ਲਵਾਤੀ ਸੀ, ਤੇ ਮੇਰਾ ਉਹਨਾਂ ਨੇ ਵਿੱਚ ਮੈਂਸ਼ਨ ਕਰਤਾ ਸੀ ਕਿ ਮੇਰੀ ਇੱਕ ਕੁੜੀ ਵਿਆਹਣ ਵਾਲੀ ਆ। ਅੱਜ ਵੀ ਉਹ ਵਸੀਅਤ ਦੇ ਵਿੱਚ ਲਿਖਿਆ ਏ ਕਿ ਮੇਰੀ ਇੱਕ ਕੁੜੀ ਵਿਆਹਣ ਵਾਲੀ ਆ। ਤੇ ਪਰ ਮੇਰੇ ਭਰਾਵਾਂ ਨੇ ਇਹ ਚੀਜ਼ ਨੂੰ ਇਹ ਸੋਚ ਲਿਆ ਵੀ ਇਹ ਵਿਆਹਣ ਵਾਲੀ ਆ, ਵਿੱਚ ਇਹਨਾਂ ਵਸੀਅਤ ਦੇ ਕਰ ਦਿੱਤਾ, ਤੇ ਜੇ ਵਿਆਹੀ ਨਾ ਹਜੇ ਗਈ ਤੇ ਇਹਨੇ ਸਾਡੇ ਕੋਲ ਹਿੱਸਾ ਲੈ ਜਾਣਾ। ਮੇਰੇ ਭਰਾਵਾਂ ਨੇ ਕੁਛ ਨਹੀਂ ਦੇਖਿਆ, ਉਹਨਾਂ ਨੇ ਵੇਖਿਆ ਸ਼ਰਾਬੀ ਆ, ਉਹਨਾਂ ਨੇ ਵੇਖਿਆ ਘਰ ਵਾਧਾ ਘਾਟਾ, ਕੁਛ ਨਹੀਂ ਵੇਖਿਆ। ਉਹਨਾਂ ਨੇ ਮਤਲਬ ਕਿ ਮੈਨੂੰ ਉਹਨਾਂ ਨੇ ਵਿਆਹ ਦਿੱਤਾ, ਉਹਨਾਂ ਨੇ ਖੂਹ ਨਹੀਂ ਵੇਖਿਆ, ਖਾਤਾ ਨਹੀਂ ਵੇਖਿਆ, ਮੈਨੂੰ ਵਿਆਹ ਤਾ ਉਹਨਾਂ ਨੇ। ਇੱਕ ਸ਼ਰਾਬੀ ਦੇ ਨਾਲ ਇੱਕ 15 ਸਾਲ ਦਾ ਇਨਸਾਨ ਬੱਚਾ ਕਿੱਦਾਂ ਜ਼ਿੰਦਗੀ ਕੱਟੂਗਾ, ਇਹ ਤੁਸੀਂ ਖੁਦ ਸਾਰੇ ਜਣੇ ਸੋਚ ਸਕਦੇ ਹੋ। ਹੁਣ ਤੁਹਾਡੀ ਉਮਰ 15 ਸਾਲ ਸੀ, ਹਸਬੈਂਡ ਦੀ ਉਮਰ ਕਿੰਨੇ ਸਾਲ ਸੀ? ਉਹਦੀ ਕਰੀਬ 21-22 ਸਾਲ ਸੀ, ਮੇਰੇ ਤੋਂ ਵੱਡਾ ਸੀ ਉਹ। ਫਿਰ ਵੀ 6-7 ਸਾਲ ਦਾ ਫਰਕ ਸੀਗਾ। ਤੇ ਚਲੋ ਵੱਡਾ ਵੀ ਆਪਾਂ ਬਰਦਾਸ਼ਤ ਕਰ ਲੈਂਦੇ, ਪਰ ਕਮ ਸੇ ਕਮ ਜਨਾਨੀ ਦੀ ਕਦਰ ਕਰਨ ਵਾਲਾ ਤੇ ਹੁੰਦਾ, ਸੋਫੀ ਤੇ ਹੁੰਦਾ, ਸਿਆਣਾ ਤੇ ਹੁੰਦਾ, ਯਾਨੀ ਕਿ ਮੈਨੂੰ ਰੋਲਣ ਵਾਲਾ ਤਾਂ ਨਾ ਹੁੰਦਾ। ਜ਼ਿੰਦਗੀ ਦਾ ਕੋਈ ਇੱਕ ਦਿਨ ਹੀ ਮੈਨੂੰ ਚੱਜ ਦਾ, ਵਿਆਹ ਦੇ ਕੋਈ ਇੱਕ ਪਲ ਵੀ ਕੋਈ ਚੱਜ ਦਾ ਹੁੰਦਾ, ਮੇਰਾ ਤਾਂ ਕੋਈ ਵੀ ਨਾ ਲੰਘਿਆ। ਮੇਰੀ ਤਾਂ ਪਹਿਲੇ ਦਿਨ ਹੀ ਜਿਹਨੂੰ ਕਹ ਲਓ ਕਿ ਮੈਂ ਖੂਹ 'ਚ ਹੀ ਪੈ ਗਈ। ਲੋਕਾਂ ਦਾ ਮਰਿਆਂ ਦਾ ਸਿਵਾ ਹੁੰਦਾ, ਮੇਰੀ ਜ਼ਿੰਦਗੀ ਦਾ ਸਿਵਾ ਬਲ ਗਿਆ ਸੀ। ਫਿਰ ਕਿਹਾ ਨਹੀਂ ਹੈਗਾ ਕਿ ਚਲੋ 15 ਸਾਲ ਦੀ ਉਮਰ ਦੇ ਵਿੱਚ ਜਾਂ ਜਦੋਂ ਬੰਦਾ ਉਮਰ ਲੰਘਦੀ ਹੈ, ਸਮਾਂ ਲੰਘਦਾ ਹੈ, ਫਿਰ ਪਤਾ ਲੱਗਦਾ ਕਿ ਯਾਰ ਮੇਰੇ ਨਾਲ ਉਸ ਉਮਰ ਦੇ ਵਿੱਚ ਗਲਤ ਹੋ ਗਿਆ ਸੀ। 15 ਸਾਲ ਦੀ ਉਮਰ ਦੇ ਵਿੱਚ ਮੇਰੇ, ਚਾਹੇ ਭਰਾਵਾਂ ਨੇ ਕਹਿ ਲਓ ਚਾਹੇ ਪਰਿਵਾਰ ਵਾਲਿਆਂ ਨੂੰ ਕਹਿ ਦਿਓ, ਕਿ ਉਸ ਵਕਤ ਉਹਨਾਂ ਨੇ ਇੱਕ ਗਲਤ ਫੈਸਲੇ ਕਰਕੇ, ਇੱਕ ਸਿਰਫ ਜ਼ਮੀਨ ਦੇ ਟੁਕੜੇ ਕਰਕੇ ਉਹਨਾਂ ਨੇ ਇੰਨਾ ਵੱਡਾ ਮੇਰੀ ਜ਼ਿੰਦਗੀ ਖਰਾਬ ਕਰਤੀ। ਫਿਰ ਕਿਹਾ ਨਹੀਂ ਆਪਣੇ ਭਰਾਵਾਂ ਨੂੰ ਕਿ ਯਾਰ ਤੁਸੀਂ ਆਹ ਕੀ ਕੀਤਾ ਸੀ ਮੇਰੇ ਨਾਲ? ਉਦੋਂ ਇੰਨਾ ਹੁਕਮ ਨਹੀਂ ਸੀ ਹੁੰਦਾ ਬੋਲਣ ਦਾ, ਸਾਨੂੰ ਹੁਕਮ ਨਹੀਂ ਸੀ ਹੈਗਾ। ਮਤਲਬ ਕਿ ਮੇਰਾ ਘਰ ਵਾਲਾ ਜਦੋਂ ਕੁੱਟਦਾ ਮਾਰਦਾ ਸੀ, ਪਹਿਲਾਂ ਮੇਰੀ ਬੇਟੀ ਹੋਈ ਵੱਡੀ ਜਦੋਂ 1.5 ਮਹੀਨੇ ਦੀ ਸੀ, ਉਹਨੇ ਜਿੱਦਾਂ ਮਾਰ ਦਿੱਤੀ ਸੀ ਘਰ ਵਾਲੇ ਨੇ, ਇੱਕ 50 ਰੁਪਈਆ ਪਿੱਛੇ ਸਿਰਫ ਸ਼ਰਾਬ ਦੀ ਖਾਤਰ, ਕਿ ਮੈਨੂੰ 50 ਰੁਪਏ ਚਾਹੀਦੇ ਆ, ਤੇ ਮੈਂ ਉਹਨੂੰ ਦਿੱਤੇ ਨਹੀਂ ਸੀ, ਤੇ ਉਹਨੇ ਉਹਨੂੰ ਮਾਰਤਾ ਸੀ। ਨਹੀਂ ਹੋਣਾ ਨਹੀਂ। ਇੱਕ ਜਦੋਂ ਬੱਚਾ ਜਾਂਦਾ ਆ ਨਾ, ਫਿਰ ਮਾਂ ਦੇ ਦਿਲ ਨੂੰ ਪਤਾ ਹੁੰਦਾ ਆ, ਚਾਹੇ ਉਹ ਕੁੜੀ ਸੀ ਪਰ ਮੇਰੀ ਤੇ ਅੰਦਰ ਸੀ ਨਾ। ਉਸ ਵੇਲੇ ਮੇਰੇ ਘਰਦਿਆਂ ਨੇ ਇਹ ਗੱਲ ਕਹਿਤੀ, ਉਹਦੀ ਆ ਕੋਈ ਗੱਲ ਨਹੀਂ, ਮਰ ਗਈ ਆ, ਫੇਰ ਕੀ ਹੋਇਆ? ਮੇਰੇ ਘਰਦਿਆਂ ਨੇ ਵੀ ਇਹ ਕਹਿਤੀ, ਉਹਨਾਂ ਨੇ ਵੀ ਕਹਿਤੀ ਕਿਹੜਾ ਪਿੱਛੋਂ ਲੈ ਕੇ ਆਈ ਸੀ, ਫੇਰ ਕੀ ਹੋਇਆ, ਮਰ ਗਈ ਆ, ਹੈਨਾ। ਤੁਸੀਂ ਬਹੁਤ ਸਟਰੋਂਗ ਹੋ, ਤੁਸੀਂ ਬਹੁਤ ਸਟਰੋਂਗ ਹੋ, ਜੋ ਇੰਨਾ ਕੁਛ ਆਪਣੇ ਪਿੰਡੇ ਤੇ ਹੰਢਾ ਕੇ ਵੀ ਉਰੇ ਖੜੇ ਹੋ ਤੇ ਆਪਣੇ ਮੁੰਡੇ ਨੂੰ ਹੁਣ ਬਾਹਰ ਭੇਜ ਚੁੱਕੇ ਹੋ। ਬਹੁਤ ਸਟਰੋਂਗ ਹੋ। ਨਹੀਂ ਭੈਣੇ, ਰੋਣਾ ਬਿਲਕੁਲ ਵੀ ਨਹੀਂ ਆਪਾਂ। ਦੂਜੀ ਵੀ ਮਾਰੀ ਉਹਨੇ ਇੱਕ ਨਹੀਂ ਮਾਰੀ, ਉਹਨੇ ਦੂਜੀ ਵੀ ਮਾਰੀ, ਫਿਰ 7ਵੇਂ ਮਹੀਨੇ 'ਚ ਹੋਣ ਵਾਲੀ ਸੀ ਜਿੱਦਾਂ,
ਉਹਨੂੰ ਉਹ ਵੀ ਪਤਾ ਲੱਗ ਗਿਆ, ਉਹਨੇ ਉਹ ਵੀ ਮਾਰਤੀ ਅੰਦਰ ਹੀ ਕੁੱਟ-ਕੁੱਟ ਕੇ, ਉਹਨੇ ਉਹ ਵੀ ਮਾਰੀ। ਉਸ ਤੋਂ ਬਾਅਦ ਫਿਰ ਉਹਨੇ ਕਰਦਿਆ ਕਹਿੰਦੇ ਮੈਨੂੰ ਮੈਂ ਜਦੋਂ ਜ਼ਿਆਦਾ ਪੇਕੇ ਜਾਣਾ ਕਰਨਾ, ਇਸੇ ਕਰਕੇ ਮਾਂ ਸੀ ਹੈਗੀ ਉਦੋਂ ਨਾ, ਮਾਂ ਕਰਕੇ ਚੱਲ ਜਾਣਾ। ਫਿਰ ਉਸ ਤੋਂ ਬਾਅਦ ਮੇਰਾ ਬੇਟਾ ਹੋਇਆ 96 ਦੇ ਵਿੱਚ। ਚਲੋ ਮੈਂ ਕਹਿਣਾ ਵੀ ਮੇਰੀ ਰੱਬ ਨੇ ਸੁਣ ਲਈ ਆ, ਹੈ ਨਾ। ਉਹੀ ਗੱਲਾਂ ਰਿਪੀਟ ਫਿਰ ਕਿ ਜਦੋਂ ਘਰ ਵਾਲੇ ਆਏ, ਇਹਨੇ ਇਹੀ ਕਿ ਮੇਰੇ ਲਈ ਕੁਝ ਸੋਨੇ ਦਾ ਨਹੀਂ ਲੈ ਕੇ ਆਏ, ਮੈਨੂੰ ਸੋਨੇ ਦੀ ਕੋਈ ਚੀਜ਼ ਨਹੀਂ ਪਾਈ ਇਹਨਾਂ ਨੇ। ਇਹਨੇ ਉਹਨਾਂ ਚੀਜ਼ਾਂ ਨੂੰ ਆਗੂ ਗਲਾਤੀ ਫੜ ਕੇ। ਮੇਰੇ ਘਰ ਵਾਲਿਆਂ ਨੇ ਲੀੜਾ ਕੱਪੜਾ ਜਿਹੜਾ ਲਿਆਂਦਾ ਸੀ, ਇਹਨੇ ਮੇਰੇ ਘਰ ਵਾਲੇ ਨੇ ਸਾਰਾ ਕੁਝ ਆਗੂ ਗਲਾਤੀ ਕੱਪੜਿਆਂ ਨੂੰ ਨਾ। ਮੈਂ ਉਹ ਬੱਚੇ ਨੂੰ ਰਾਤ ਨੂੰ ਬੱਚੇ ਨੂੰ ਲੱਭਦਾ ਰਿਹਾ, ਕਹਿੰਦਾ ਮੁੰਡੇ ਨੂੰ ਮੈਂ ਮਾਰ ਦੇਣਾ, ਇਹਦੇ ਕਰਕੇ ਮੇਰੇ ਨਾਲ ਅੱਜ ਇਹਨੇ ਮੇਰਾ ਨਹੀਂ ਕੁਛ ਆਇਆ, ਉਹਦਾ ਆਇਆ, ਹੈ ਨਾ। ਇਹਨੇ ਮੁੰਡੇ ਨੂੰ ਮਾਰਨਾ ਚਾਹਿਆ। ਮੈਂ ਹਿਸਾਬ ਲਾ ਲਓ ਬੇਟਾ ਮੇਰਾ 30 ਤਰੀਕ ਨੂੰ ਹੋਇਆ, 10ਵੇਂ ਮਹੀਨੇ 30 ਤਰੀਕ ਨੂੰ ਹੋਇਆ ਸੀ। 13ਵੇਂ ਦਿਨ ਅੱਗੋਂ 13ਵਾਂ ਸੀ ਉਹਦਾ। ਤੁਸੀਂ ਸੋਚ ਸਕਦੇ ਉਦੋਂ ਕਿੰਨੀ ਠੰਡ ਹੁੰਦੀ ਆ। ਹੁਣ ਤਾਂ ਠੰਡ ਨਹੀਂ, ਉਦੋਂ ਠੰਡ ਬੜੀ ਸੀ ਇਸ ਮਹੀਨੇ ਦੇ ਵਿੱਚ। ਉਹ ਬੰਦੇ ਨੇ ਇਹਨੂੰ ਮਾਰਨਾ ਚਾਹਿਆ। ਮੈਂ ਇਹਨੂੰ ਸਾਰੀ ਰਾਤ ਮੁੰਡੇ ਨੂੰ ਨਾ ਬਾਥਰੂਮ ਦੇ ਵਿੱਚ ਲੈ ਕੇ ਬੈਠੀ ਰਹੀ, ਇਹਦੇ ਮੂੰਹ 'ਚ ਉਂਗਲ ਪਾ ਕੇ ਕਿ ਮੁੰਡੇ ਨੂੰ ਇਹ ਮਾਰਨਾ ਦੇ, ਕਿਉਂਕਿ ਇਹਨੇ ਪਹਿਲਾਂ 2 ਕੁੜੀਆਂ ਮਾਰ ਚੁੱਕਿਆ ਮੇਰੀਆਂ, ਹੈ ਨਾ। ਮੈਂ ਉਹਨੂੰ ਸਾਰੀ ਰਾਤ ਬਾਥਰੂਮ 'ਚ ਲੈ ਕੇ ਉਹਦੇ ਮੂੰਹ 'ਚ ਉਂਗਲ ਪਾ ਕੇ ਬੈਠੀ ਰਹੀ ਕਿ ਦੁੱਧ ਉੱਪਰਾ ਪੀਂਦਾ ਸੀ ਉਹ। ਮੇਰੇ ਕੋਲ ਬੋਤਲ ਨਹੀਂ ਸੀ ਹੈਗੀ। ਹਿਸਾਬ ਲਾ ਲਓ ਹੈ ਤਾਂ ਪਿਓ ਸੀ ਨਾ, ਪਰ ਉਹਦੇ ਲਈ ਉਹ ਕਸਾਈ ਸੀ ਬੱਚੇ ਵਾਸਤੇ। ਜਲਾਦ ਬਣ ਗਿਆ ਸੀ ਉਹ। ਜਲਾਦ ਮੇਰੀ ਜ਼ਿੰਦਗੀ 'ਚ ਇੱਕ ਜਲਾਦ ਆ ਗਿਆ ਸੀ। ਬਣਾਇਆ ਕਿੰਨੇ? ਮੇਰੇ ਭਰਾਵਾਂ ਨੇ ਬਣਾਇਆ, ਕਿਸੇ ਨੇ ਨਹੀਂ ਸੀ ਬਣਾਇਆ, ਮੇਰੇ ਭਰਾਵਾਂ ਨੇ ਬਣਾਇਆ ਸੀ। ਜੇ ਭਰਾ ਨਹੀਂ ਸੁਣ ਰਹੇ ਸੀ ਫਿਰ ਪੁਲਿਸ ਵੀ ਤਾਂ ਉੱਥੇ ਹੀ ਸੀ, ਪੁਲਿਸ ਨੂੰ ਨਹੀਂ ਕਿਹਾ? ਨਹੀਂ ਜਾ ਸਕਦੀ ਕਿਤੇ। ਉਹਨੂੰ ਕਹਿੰਦੇ, ਪੁਲਿਸ ਨੂੰ ਕਹਿੰਦੇ ਹੁੰਦੇ ਸੀ ਤੇਰੇ ਖਸਮ ਆ, ਤੇਰੇ ਯਾਰ ਆ। ਉੱਥੇ ਖਸਮ ਯਾਰ ਦੱਸੇ ਜਾਂਦੇ ਸੀ। ਉਦੋਂ ਸਾਡੇ ਘਰਾਂ 'ਚ ਇੰਨਾ ਹੁਕਮ ਨਹੀਂ ਸੀ ਹੁੰਦਾ ਸੀ ਬਾਹਰ ਚੱਲ ਜਾਈਏ। ਜੇ ਘਰ ਵਾਲਾ ਕੁੱਟਣ ਪਿਆ ਨਾ ਤਾਂ ਸਾਰੇ ਜਣੇ ਨਾਲ ਲੱਗ ਜਾਂਦੇ ਹੁੰਦੇ ਸੀ। ਮੈਨੂੰ ਫੜਨਾ ਕਰਨਾ ਵੀ ਉਹਨੂੰ ਕੁੱਟਣ ਡਿਆ, ਉਹਨੂੰ ਨਹੀਂ ਫੜਨਾ ਕਿ ਕਿਉਂ ਇਹਨੂੰ ਕੁੱਟਦਾ ਪਿਆ। ਮਤਲਬ ਕਿ ਇੰਨੀ ਮਨਜ਼ੂਰੀ ਨਹੀਂ ਸੀ ਹੁੰਦੀ ਘਰ ਦੇ ਵਿੱਚ ਵੀ ਅਸੀਂ ਇਕੱਲੇ ਕਿਤੇ ਕੋਈ ਗੱਲ ਕਰ ਲਈਏ। ਬਸ ਉਹਨੂੰ ਸ਼ਰਾਬ ਦੀ ਲੱਤ ਸੀ ਇੱਕੋ ਹੀ। ਸ਼ਰਾਬ ਦੇ ਨਾਲ ਉਹਨੂੰ ਜਿੱਥੇ ਮਰਜ਼ੀ ਜੋ ਮਰਜ਼ੀ ਕਰਾ ਲਓ। ਉਹ ਤੋਂ ਉਸ ਬੰਦੇ ਨੇ ਸ਼ਰਾਬ ਦਾ ਕਰਕੇ ਉਹਨੇ ਜ਼ਮੀਨ ਵੇਚੀ 6 ਕਿੱਲੇ। ਫਿਰ ਕਹਿੰਦੇ ਨੇ ਤੂੰ ਉਹਦੇ ਨਾਲ ਸੀ। ਅੱਜ ਵੀ ਮੈਂ ਇਕੱਲੀ ਹਾਂ, ਅੱਜ ਵੀ ਮੈਂ ਰੋਟੀ ਖਾਂਦੀ ਹਾਂ ਨਾ ਤੇ ਉਹਦੇ ਸੀ ਜ਼ਮੀਨ ਘਰ ਵਾਲੇ ਦੇ। ਉਹਨੇ 6 ਕਿੱਲੇ ਜ਼ਮੀਨ ਵੇਚੀ, ਉਹਨੇ ਟਰੈਕਟਰ ਵੇਚਿਆ, ਉਹਨੇ ਗੱਡੀ ਵੇਚੀ, ਮੋਟਰਸਾਈਕਲ ਵੇਚਿਆ, ਮੱਝਾਂ ਵੇਚੀਆਂ। ਮੈਨੂੰ ਵੀ 200 'ਚ ਵੇਚਿਆ ਉਹ ਬੰਦੇ ਨੇ ਸ਼ਰਾਬ ਦਾ ਕਰਕੇ। ਮੇਰੇ ਘਰ ਬੰਦੇ ਆਏ, ਰਾਤ ਨੂੰ ਗੇਟ ਖੜਕਾਇਆ, ਆਣ ਕੇ ਗੇਟ ਖੋਲ੍ਹ। ਮੈਂ ਕਿ ਕੀ ਕਹਿਣਾ ਦੱਸੋ ਤੁਸੀਂ, ਅਸੀਂ ਤਾਂ ਨਾ ਰਾਤ ਕੱਟਣ ਆਏ, ਤੇਰੇ ਬੰਦੇ ਨੇ ਸਾਡੇ ਕੋਲ 200 ਰੁਪਈਆ ਲਿਆ। ਤੁਸੀਂ ਇਹ ਦੱਸੋ ਉੱਥੇ ਇਨਸਾਨ ਕੀ ਕਰੂਗਾ? ਕਿੰਨਾ ਸਾਰਾ ਕੁਝ ਹੀ ਸਹਿੰਦੀ ਰਹੀ ਮੈਂ। ਇੱਕ ਚੀਜ਼ ਨਹੀਂ ਸਹੀ ਮੈਂ ਉੱਥੇ। ਫਿਰ ਜੇ ਮੇਰੇ ਘਰ ਦੇ ਆਏ, ਉਹਨੂੰ ਆਣ ਕੇ ਕੁੱਟਮਾਰ ਕੀਤੀ ਵੀ ਅਸੀਂ ਤੇਰੇ ਨਾਲ ਇੱਦਾਂ ਕਰਨੇ ਆ, ਤੇਰੀ ਕਿਸੇ ਭੈਣ ਨਾਲ ਇੱਦਾਂ ਕਰਨੇ ਜਾਂ ਕਿਸੇ ਨਾਲ। ਫਿਰ ਇਹ ਬੰਬੇ ਚਲੇ ਗਿਆ ਕਿੰਨਾ ਚਿਰ। ਫਿਰ ਉੱਥੋਂ ਦੌੜ ਗਿਆ ਕਿ ਮੈਨੂੰ ਇਹਨਾਂ ਨੇ ਹੁਣ ਕੁੱਟਣਾ ਆ ਆਣ ਕੇ, ਕਿਉਂਕਿ ਮਾਂ ਜਿੰਦੀ ਸੀ ਨਾ ਉਦੋਂ, ਤਾਂ ਸੀ ਭਰਾਵਾਂ ਦੀ ਸਪੋਰਟ ਉਦੋਂ। ਫਿਰ ਉੱਥੋਂ ਬੰਬੇ ਚਲੇ ਗਿਆ। ਫਿਰ ਘਰਦਿਆਂ ਨੇ ਕਹਿਣਾ ਹਾਂ ਤੇਰੇ ਕਰਕੇ ਸਾਡਾ ਮੁੰਡਾ ਘਰੋਂ ਨਿਕਲ ਗਿਆ, ਤੂੰ ਹੁਣ ਚੋੜੀ ਹੋ ਕੇ ਘਰ ਬੈਠੀ ਆ। ਮਤਲਬ ਕਿ ਉੱਥੇ ਵੀ ਮੈਨੂੰ ਜਿਹੜੀ ਉਹਨੇ ਕਰਤੂਤ ਕੀਤੀ ਉਹ ਨਹੀਂ ਉਹਨਾਂ ਦੇ ਸਾਹਮਣੇ ਆਈ। ਤੂੰ ਸਾਡੀ ਭੰਡਣੀ ਕਰਨੀ ਹੈ, ਤੂੰ ਸਾਡੀ ਬੇਇੱਜ਼ਤੀ ਕਰਨੀ ਹੈ। ਮੇਰੀ ਇੱਜ਼ਤ ਨਹੀਂ ਕੋਈ? ਤੁਹਾਡੀ ਇੱਜ਼ਤ ਆ ਕਿ ਤੁਹਾਡਾ ਮੁੰਡਾ ਆ, ਮੇਰੀ ਕੋਈ ਇੱਜ਼ਤ ਨਹੀਂ। ਯਾਰ ਮੈਂ ਉਹੀ ਸੋਚਦਾ ਨਾ, ਜ਼ਮੀਨ ਕਿਹੜਾ ਆਪਾਂ ਛਾਤੀ ਤੇ ਰੱਖ ਕੇ ਲੈ ਜਾਣੀ ਹੈ। ਜ਼ਮੀਨ ਸਿਰਫ ਇੱਕ ਜ਼ਮੀਨ ਦੇ ਛੋਟੇ ਜਿਹੇ ਟੁਕੜੇ ਕਰਕੇ ਜੇ ਇਹੋ ਜਿਹੀ ਕਹਾਣੀ ਇੱਕ ਐਸੇ ਇਨਸਾਨ ਨਾਲ ਵਿਆਹ ਦਿੱਤਾ ਜਾਂਦਾ, ਇੱਕ 15 ਸਾਲ ਦੀ ਕੁੜੀ ਨੂੰ, ਸਿਰਫ ਇੱਕ 15 ਸਾਲ ਦੀ ਕੁੜੀ ਨੂੰ ਇੱਕ ਐਸੇ ਇਨਸਾਨ ਨਾਲ ਵਿਆਹ ਦਿੱਤਾ ਜਾਂਦਾ ਹੈ ਜੋ ਸ਼ਰਾਬੀ ਹੈ, ਨਸ਼ੇੜੀ ਹੈ, ਨਾ ਔਰਤਾਂ ਦੀ ਇੱਜ਼ਤ ਕਰਦਾ। ਭੈਣੇ ਬਹੁਤ ਗੁੱਸਾ ਵੀ ਆਉਂਦਾ ਤੇ ਦੁੱਖ ਵੀ ਲੱਗਦਾ ਕਿ ਜਿਹੜੇ ਐਸੇ ਇਨਸਾਨ ਆਪਣੀ ਦੁਨੀਆ ਦੇ ਵਿੱਚ ਜਦੋਂ ਦੇਖਦੇ ਹਾਂ ਤਾਂ ਬੜਾ ਗੁੱਸਾ ਆਉਂਦਾ ਉਹਨਾਂ 'ਤੇ। ਪ੍ਰਸ਼ਾਸਨ ਨੂੰ ਕਿਹਾ ਨਹੀਂ ਹੈਗਾ, ਹੁਣ ਤੁਸੀਂ ਕਿਹਾ ਨਹੀਂ ਕਿ ਭਾਈ ਹੁਣ ਉਹ ਜ਼ਮੀਨ ਦਾ ਕੀ ਬਣਿਆ? ਜ਼ਮੀਨ ਦਾ ਦੱਸੋ। ਜ਼ਮੀਨ ਦਾ ਕੁਛ ਵੀ ਨਹੀਂ ਬਣਿਆ। ਮੈਂ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਮੈਨੂੰ ਵਿਆਹ ਤਾ, ਫਿਰ ਇਹਨੂੰ ਘਰ ਵਾਲੇ ਨੂੰ ਦਰੰਗ ਹੋ ਗਿਆ। ਮਤਲਬ ਕਿ ਸਾਰਾ ਕੁਝ ਕਰਨ ਕਰਾਉਣ ਦੇ ਮਗਰੋਂ ਸਾਰਾ ਕੁਝ ਵਿਕ ਗਿਆ। ਫਿਰ ਮੈਂ ਉਦੋਂ ਜਦੋਂ ਮੈਂ ਉੱਥੇ ਪਿੰਡ ਸੀ, ਉਦੋਂ ਵੀ ਮੈਂ ਇੱਥੇ ਜਲੰਧਰ ਆਉਣਾ ਕਰਨਾ। ਮਤਲਬ ਕਿ ਘਰ ਦੇ ਵਿੱਚ ਰੋਟੀ ਖਾਣ ਨੂੰ ਨਹੀਂ ਸੀ ਹੈਗੀ। ਇੱਥੇ ਮੈਨੂੰ ਕਿਸੇ ਹਸਪੀਟਲ ਉਸੇ ਭਰਾ ਨੇ ਲਵਾਇਆ ਅਤੇ ਮੈਂ ਉੱਥੇ ਆਣ ਕੇ ਝਾੜੂ ਪੋਚੇ ਕਰਿਆ ਕਰਨੇ। ਉੱਥੋਂ ਆਉਣਾ ਕਰਨਾ ਟ੍ਰੇਨ ਦਾ ਪਾਸ ਬਣਾ ਕੇ। ਥੋੜ੍ਹਾ ਕੁ ਚਿਰ ਹਜੇ ਹੋਇਆ ਸੀ ਮੈਨੂੰ ਲੱਗੀ ਨੂੰ, ਇਹਨੂੰ ਮਗਰੋਂ ਦਰੰਗ ਹੋ ਗਿਆ, ਅਟੈਕ ਹੋ ਗਿਆ। ਖੂਹ ਤੋਂ ਆਉਂਦਾ ਸੀ ਕਿਸੇ ਦੇ ਗੱਡੀ 'ਤੇ ਬਹਿ ਕੇ, ਇਹਨੂੰ ਅਟੈਕ ਹੋ ਗਿਆ, ਇਹਦੀ ਲੱਤ ਮਾਂ ਖਲੋ ਗਈ। ਜੇ ਮੇਰੇ ਨਾਲ ਕਰਦਾ ਸੀ ਉਹਨੂੰ ਰੱਬ ਨੇ ਸਜ਼ਾ ਵੀ ਦਿੱਤੀ ਆ, ਹੈ ਨਾ। ਉਹਨੂੰ ਅਟੈਕ ਹੋ ਗਿਆ, ਇਹਨਾਂ ਨੇ ਘਰਦਿਆਂ ਨੇ ਫੋਨ ਕੀਤਾ, ਉਹਨੂੰ ਅਟੈਕ ਹੋ ਗਿਆ। ਮੈਂ ਕਿਹਾ ਫੇਰ ਕੀ ਹੋ ਗਿਆ? ਅੱਗੇ ਵੀ ਤੁਹਾਡੇ ਨਾਲ ਦਾਰੂ ਪੀਂਦਾ ਹੀ ਆ ਬਹਿ ਕੇ, ਤੇ ਤੁਸੀਂ, ਮੈਂ ਕਿਹਾ ਇਹਨੂੰ ਕਿਤੇ ਲੈ ਜਾਓ। ਕਿਸੇ ਨੇ ਨਹੀਂ ਖੜਿਆ। ਮੇਰੇ ਤੋਂ ਪੈਸਾ ਹੈ ਨਹੀਂ ਸੀ। ਮੈਂ ਉੱਥੋਂ ਫਾਰਮੇਸੀ ਤੋਂ 100 ਰੁਪਈਆ ਲਿਆ, ਕੰਟੀਨ ਵਾਲੇ ਤੋਂ 100 ਰੁਪਈਆ ਲਿਆ, ਕਿਉਂਕਿ ਪੈਸੇ ਕਰਕੇ ਤਾਂ ਮੈਂ ਆਉਂਦੀ ਸੀ। ਮੈਨੂੰ ਹਸਪੀਟਲ ਵਾਲਿਆਂ ਨੇ ਉਹਨਾਂ ਨੇ ਪੈਸਾ ਕੋਈ ਨਹੀਂ ਦਿੱਤਾ, ਮੈਂ ਮੰਗਿਆ ਉਹਨਾਂ ਨਹੀਂ ਦਿੱਤਾ।
ਉੱਥੋਂ ਮੈਂ ਲੈ ਕੇ ਗਈ ਹਾਂ ਘਰ, ਜਾਂਦਿਆਂ ਨੂੰ ਇਹ ਪਿਆ, ਮਤਲਬ ਕਿ ਇਹਦੀ ਜ਼ਬਾਨ ਵੀ ਸਾਈਡ ਨੂੰ ਨਿਕਲੀ ਪਈ, ਮੂੰਹ ਵੀ ਡਿੰਗਾ ਹੋਇਆ। ਉਹੀ ਬੰਦਾ ਜਿਹੜਾ ਮੇਰੇ ਨਾਲ ਇੰਨਾ ਕੁਝ ਕਰਦਾ ਏ। ਫਿਰ ਮੈਂ ਆਪਣੀਆਂ ਵਾਲੀਆਂ ਗਹਿਣੇ ਰੱਖੀਆਂ ਲਾਗੇ ਕਿਸੇ ਦੇ, ਫਿਰ ਮੈਂ ਗੱਡੀ ਕਰਾਈ, ਫਿਰ ਇਹਨੂੰ ਮੈਂ ਗਾਂਦਰਾਂ ਲੈ ਕੇ ਗਈ ਡਾਕਟਰ ਦੇ ਕੋਲ। ਫਿਰ ਵੀ ਮੈਂ ਇੰਨਾ ਕੁਝ ਪਾ ਕੇ ਦਿਲ 'ਚ ਪਾ ਉਹੀ ਸੋਚ ਰਿਹਾ ਸੀਗਾ ਕਿ ਇੰਨਾ ਕੁਝ ਦੇਖ ਕੇ ਗਈ। ਫਿਰ ਮੈਂ ਇਹਨੂੰ ਲੈ ਕੇ ਗਈ। ਫਿਰ ਰਾਤ ਨੂੰ ਮੈਂ ਹਿਸਾਬ ਲਾ ਲਓ 11 ਕੁ ਵਜੇ ਮੇਰੀ ਮਾਂ ਨੇ ਮੈਨੂੰ ਘਰ ਫੋਨ ਲਵਾ ਕੇ ਦਿੱਤਾ ਸੀ ਵੀ ਤੈਨੂੰ ਇੰਨਾ ਕੁੱਟਦਾ ਮਾਰਦਾ, ਤੂੰ ਸਾਡੇ ਨਾਲ ਗੱਲ ਕਰ ਲਿਆ ਕਰ, ਮੇਰੇ ਨਾਲ ਗੱਲ ਕਰਿਆ ਕਰ। ਉਦੋਂ ਵੀ ਮੇਰੇ ਸਹੁਰਿਆਂ ਨੇ ਕਹਿਤਾ ਵੀ ਇਹਦਾ ਬਿਜ਼ਨਸ ਚੱਲਦਾ, ਦੀ ਮਾਂ ਨੇ ਇਹਨੂੰ ਫੋਨ ਲਵਾਤਾ ਘਰ। ਉਹਨਾਂ ਸਮਿਆਂ 'ਚ ਫੋਨ ਉਦੋਂ ਲਵਾ ਕੇ ਦਿੱਤਾ 8000 ਦੇ ਵਿੱਚ ਮੇਰੀ ਮਾਂ ਨੇ ਲੈਣ ਉਦੋਂ ਫੋਨ ਮੋਬਾਈਲ ਨਹੀਂ ਸੀ ਚੱਲਦੇ ਹੁੰਦੇ। ਉਸ ਤੋਂ ਬਾਅਦ ਮੈਂ ਫੋਨ ਕੀਤਾ, ਮੇਰੇ ਭਰਾ ਦਾ ਇੱਕੋ ਸਵਾਲ ਸੀ। ਇੱਕ ਮੇਰਾ ਭਰਾ ਇੰਗਲੈਂਡ ਦੇ ਵਿੱਚ ਆ, ਉਹਨੂੰ ਕਹਿਣ ਲੱਗਾ ਵੀ ਅਸੀਂ ਤੇਰਾ ਲੇਖਾ ਨਹੀਂ ਦੇਣਾ ਕੋਈ, ਅਸੀਂ ਤੈਨੂੰ ਕਿਸ਼ਤਾਂ ਨਹੀਂ ਦੇਣੀਆਂ, ਵੀ ਅਸੀਂ ਤੈਨੂੰ ਪੈਸੇ। ਮੈਂ 1 ਰੁਪਈਆ ਸਿਰਫ 5000 ਮੰਗਿਆ ਸੀ। ਸਾਨੂੰ ਇਹ ਪਤਾ ਸੀ ਸਾਡੀ ਜ਼ਮੀਨ ਹੈਗੀ ਆ ਉੱਥੇ। ਮਾਂ ਨੇ ਵਸੀਅਤ ਪਹਿਲਾਂ ਕਰਾਈ ਸੀ ਇਹਨਾਂ ਦੇ ਨਾਂ, ਵਸੀਅਤ ਬਾਅਦ 'ਚ ਉਹਨਾਂ ਨੇ ਕੈਂਸਲ ਕਰਾ ਦਿੱਤੀ ਸੀ। ਮਾਂ ਨੇ ਪਹਿਲਾਂ ਇਹਨਾਂ ਦੇ ਨਾਂ ਵਸੀਅਤ ਕਰਾਈ ਸੀ ਭਰਾਵਾਂ ਦੇ ਨਾਲ, ਆਪਣੀ ਜਿਹੜੀ ਸੀ 5 ਕਿੱਲੇ। ਉਸ ਤੋਂ ਬਾਅਦ ਮੇਰੀ ਮਾਂ ਨੇ ਵਸੀਅਤ ਕੈਂਸਲ ਕਰਾਤੀ। ਕੈਂਸਲ ਕਰਾਉਣ ਤੋਂ ਪਤਾ, ਤੁਹਾਨੂੰ ਵੀ ਪਤਾ, ਪੜ੍ਹੇ ਲਿਖੇ ਆ, ਸਾਰੇ ਸਮਾਜ ਨੂੰ ਪਤਾ, ਕੈਂਸਲ ਤੋਂ ਬਾਅਦ ਉਹ ਸਾਰਿਆਂ ਬੱਚਿਆਂ ਦੇ ਨਾਂ ਹੁੰਦੀ ਆ। ਮੇਰੇ ਭਰਾਵਾਂ ਨੇ ਜਿੱਦਣ ਮੇਰੀ ਮਾਂ ਮੁੱਕਦੀ ਆ ਉਦੋਂ ਭੋਗ ਵੀ ਨਹੀਂ ਪਿਆ, ਚੌਥੇ ਵਾਲੇ ਦਿਨ। ਸਾਨੂੰ ਕਿਸੇ ਨੂੰ, ਤਿੰਨਾਂ ਭੈਣਾਂ ਨੂੰ ਨਹੀਂ ਪਤਾ। ਇਹਨਾਂ ਨੇ ਚੌਥੇ ਤੋਂ 1 ਦਿਨ ਪਹਿਲਾਂ ਹੀ ਇਹਨਾਂ ਨੇ ਜਾ ਕੇ ਪੈਸੇ ਰਿਸ਼ਵਤ ਦੇ ਕੇ ਇਹਨਾਂ ਨੇ ਉਹ 5 ਕਿੱਲੇ ਜ਼ਮੀਨ ਆਪਣੇ ਨਾਂ ਦੋਵਾਂ ਭਰਾਵਾਂ ਨੇ ਕਰਾ ਲਈ। ਸਾਨੂੰ ਪਤਾ ਹੀ ਨਹੀਂ, ਉਹ ਦੇਣ ਦੀ ਦੂਰ ਦੀ ਗੱਲ, ਸਾਨੂੰ ਪਤਾ ਹੀ ਨਹੀਂ ਕਦੋਂ ਵਸੀਅਤ ਕਰਾ ਲਈ ਇਹਨਾਂ ਨੇ। ਫਿਰ ਜਦੋਂ ਇਹ ਮੇਰਾ ਭਰਾ ਮੈਨੂੰ ਘਰ ਵਾਲਾ ਜਦੋਂ ਕੁੱਟਦਾ ਮਾਰਦਾ ਸੀ ਹੈ ਨਾ, ਮੈਂ ਜ਼ਿਆਦਾ ਪੇਕੇ ਜਾਣਾ ਕਰਨਾ। ਮੇਰਾ ਭਰਾ ਹਜੇ ਇੰਗਲੈਂਡ ਥੋੜ੍ਹਾ ਚਿਰ ਹੀ ਹੋ ਗਿਆ ਸੀ ਗਏ ਨੂੰ ਬਾਹਰ। ਉੱਥੇ ਉਹਦੇ ਬੌਸ ਦੀ ਮਰ ਗਈ ਘਰ ਵਾਲੀ ਹੈ ਨਾ। ਮੈਂ ਤੁਹਾਨੂੰ ਆਪਣੇ ਭਰਾਵਾਂ ਦੀਆਂ ਵੀ ਕਰਤੂਤ ਦੱਸਣ ਲੱਗੀ ਹਾਂ। ਉੱਥੇ ਉਹਦੀ ਬੌਸ ਦੀ ਘਰ ਵਾਲੀ ਮਰ ਗਈ। ਮੇਰੇ ਭਰਾ ਨੇ ਇਹ ਗੱਲ ਕਹੀ, ਮੇਰਾ ਬੇਟਾ 1.5 ਸਾਲ ਦਾ ਸੀ। ਮਾਂ ਨੂੰ ਫੋਨ ਕੀਤਾ ਉਹਨੇ, ਅਸੀਂ ਪ੍ਰਵੇਸ਼ ਨਗਰ ਫੋਨ ਸੁਣਨ ਆਉਂਦੇ ਹੁੰਦੇ ਉਸ ਪਿੰਡ ਤੋਂ ਦੂਜੇ ਪਿੰਡ ਆਉਣਾ ਕਰਨਾ। ਉੱਥੇ ਮੇਰੇ ਭਰਾ ਦਾ ਫੋਨ ਆਇਆ, ਮੇਰਾ ਭਰਾ ਕਹਿਣ ਲੱਗਾ ਵੀ ਰਾਣੀ ਨੂੰ ਕਹਿ ਮੁੰਡਾ ਉਹਨਾਂ ਦਾ ਛੱਡ ਤੇ ਇੱਥੇ ਇੰਗਲੈਂਡ ਮੈਂ ਆਪਣੇ ਬੌਸ ਦੇ ਨਾਲ ਇਹਦਾ ਵਿਆਹ ਕਰ ਦੇਣਾ, ਉਹਦੇ 2 ਨਿਆਣੇ ਆ, ਬੰਦਾ ਹੈਂਡੀਕੈਪ ਆ ਜਿਹਦੇ ਨਾਲ ਮੇਰਾ ਭਰਾ ਮੇਰਾ ਰਿਸ਼ਤਾ ਕਰਨਾ ਚਾਹੁੰਦਾ। ਤੁਸੀਂ ਮੇਰਾ ਸਾਰੀ ਉਮਰ ਤੇ ਸੋਚਿਆ ਨਾ, ਅੱਜ ਜੇ ਤੁਸੀਂ ਮੇਰਾ ਮੁੰਡਾ ਹੋਇਆ, ਤੁਸੀਂ ਆਪਣੇ ਸਵਾਰਥ ਵਾਸਤੇ ਮੈਨੂੰ ਕਹਿਣ ਦੇ ਤੇਰਾ ਉੱਥੇ ਕਰਦੀ ਹੈ। ਮੇਰਾ ਤਾਂ ਕੁਛ ਨਾ ਸੋਚਿਆ। ਪਹਿਲਾਂ ਉਹਨੇ 2 ਮਾਰਤੀਆਂ, ਅੱਜ ਮੈਂ ਛੱਡ ਦਵਾਂ ਇੱਕ ਬੱਚਾ, ਮੈਨੂੰ ਕਿਹੜਾ ਸਿਆਣਾ ਕਹੇਗਾ। ਮੇਰੀ ਨਾਨੀ ਕਹਿਣ ਲੱਗੀ, ਕਹਿੰਦੀ ਰਾਣੀ ਇਹ ਕੰਮ ਨਾ ਕਰੀ, ਮੁੰਡਾ ਨਾ ਛੱਡੀ। ਮੈਂ ਇੰਨੀ ਗੱਲ ਦਾ ਜਵਾਬ ਹੀ ਇੱਕੋ ਵਾਰੀ, ਤੁਸੀਂ ਕਹਿੰਦੇ ਨਾ ਜਵਾਬ ਨਹੀਂ ਦਿੱਤਾ ਤੁਸੀਂ, ਮੈਂ ਇੱਕ ਵਾਰੀ ਆਪਣੇ ਭਰਾਵਾਂ ਨੂੰ ਜਵਾਬ ਦਿੱਤਾ। ਮੇਰੇ ਭਰਾਵਾਂ ਨੇ ਮੈਨੂੰ ਘਰੋਂ ਕੱਢ ਦਿੱਤਾ ਸੀ। ਮੇਰੀ ਮਾਂ ਦੇ ਹੁੰਦਿਆਂ ਮੇਰੇ ਭਰਾਵਾਂ ਨੇ ਮੈਨੂੰ ਧੱਕੇ ਮਾਰ ਕੇ ਘਰੋਂ ਕੱਢਤਾ ਸੀ। ਇਹ ਗੱਲ ਕਹਿਤੀ ਸੀ ਕਿ ਅੱਜ ਤੋਂ ਬਾਅਦ ਤੂੰ ਇੱਥੇ ਵੜਨਾ ਨਹੀਂ, ਤੂੰ ਉੱਥੇ ਹੀ ਜੋ ਕੁਛ ਕਰਨਾ ਤੂੰ ਉੱਥੇ ਹੀ ਕਰਨਾ। ਫਿਰ ਤੁਸੀਂ ਸੋਚ ਲਓ ਜਨਾਨੀ ਕੀ ਕਰੇਗੀ, ਸਹੁਰੇ ਜਾਏ ਕਿ ਪੇਕੇ ਜਾਏ। ਫਿਰ ਰਾਹ ਦੇ ਰੋੜੇ ਵਾਲਾ ਹਿਸਾਬ ਹੋ ਗਿਆ ਮੇਰਾ, ਕਦੀ ਉੱਧਰ ਠੋਕਰ ਵੱਜੀ ਉੱਧਰ, ਕਦੀ ਉੱਧਰ ਠੋਕਰ ਵੱਜੀ ਉੱਧਰ। ਮੈਂ ਤੁਸੀਂ ਹਿਸਾਬ ਲਾ ਲਓ ਮੈਂ ਬੱਚਾ ਕਿੰਨਾ ਔਖਾ ਪਾਲਿਆ। ਫਿਰ ਮੈਂ ਇਸ ਲੈਣ 'ਤੇ ਆਈ ਸੀ। ਫਿਰ ਇਹ ਵਸੀਅਤ ਕੈਂਸਲ ਹੋਈ, ਜਿਹਦੇ ਕਰਕੇ ਮੈਂ ਇਹਨਾਂ ਨੂੰ ਫੋਨ ਕੀਤਾ ਤੇ ਮੇਰੇ ਭਰਾ ਨੇ ਅੱਗੋਂ ਜਵਾਬ ਦਿੱਤਾ ਹੈ ਨਾ ਕਿ ਤੇਰਾ ਇੱਥੇ ਕੁਛ ਨਹੀਂ ਹੈਗਾ। ਫਿਰ ਮੇਰੀ ਉਸੇ ਭੈਣ ਜਿਹੜੀ ਮੇਰੀ ਪਿੰਡ 'ਚ ਜਿਹਨੇ ਰਿਸ਼ਤਾ ਕਰਾਇਆ, ਮੇਰੀ ਭੈਣ ਨੇ, ਸਕੀ ਭੈਣ ਮੇਰੀ ਨੇ, ਉਸੇ ਪਿੰਡ 'ਚ ਹੀ ਉਹੀ ਕਹਿਣ ਲੱਗੀ, ਕਹਿੰਦੀ ਤੂੰ ਇੱਕ ਵਾਰੀ ਪਟਵਾਰੀ ਕੋ ਜਾ ਕੇ ਆ। ਪਟਵਾਰੀ ਕੋਈ ਪਟਵਾਰੀ ਕਹਿੰਦਾ ਤੇਰੇ ਭਰਾਵਾਂ ਨੇ ਤੇ ਕਦੋਂ ਦੀ ਆਪਣੇ ਨਾਲ ਜ਼ਮੀਨ ਕਰਾ ਲਈ ਹੈ। ਫਿਰ ਮੈਨੂੰ ਨਹੀਂ ਸੀ ਪਤਾ, ਮੈਂ ਜਿੱਦਾਂ ਪੈਸੇ ਲੈ ਕੇ ਕਿਸੇ ਕੋ ਤੁਹਾਡੇ ਵਰਗਿਆਂ ਕੋ ਫੜ ਕੇ ਭਰਾਵਾਂ ਕੋ ਮੈਂ ਜਾ ਕੇ ਵਕੀਲ ਕਰ ਲਿਆ। ਮੈਨੂੰ ਨਹੀਂ ਸੀ ਪਤਾ ਸਿਵਲ ਕੋਰਟ 'ਚ ਕੇਸ ਕੀ ਹੁੰਦਾ। ਮੈਂ ਕੋਰਟ 'ਚ ਕੇਸ ਕਰ ਦਿੱਤਾ ਜਾ ਕੇ ਹੈ ਨਾ। ਜਦੋਂ ਕੇਸ ਕੀਤਾ, ਕੇਸ ਮੇਰਾ ਸਿਵਲ ਕੋਰਟ 'ਚ ਹੋ ਗਿਆ। ਉੱਥੇ ਮੇਰਾ 10 ਸਾਲ ਕੇਸ ਚੱਲਿਆ, ਮੈਂ ਕੇਸ ਫੇਰ ਹਾਰ ਗਈ। ਮੈਂ ਤੁਹਾਨੂੰ ਦੱਸਿਆ ਮੈਂ ਭਰਾ ਦੀ ਗੱਡੀ ਚਲਾਉਂਦੀ, ਉਸ ਤੋਂ ਬਾਅਦ ਮੈਂ ਕੂੜੇ 'ਚੋਂ ਗੱਡੀ ਚੁੱਕ ਕੇ ਮੈਂ ਨਵੀਂ ਗੱਡੀ ਐਂਬੂਲੈਂਸ ਬਣਾ ਕੇ ਫਿਰ ਮੈਂ ਆਪਣੀਆਂ 2 ਗੱਡੀਆਂ ਬਣਾ ਲਈਆਂ ਸੀ, ਆਪਣੀਆਂ ਖੁਦ ਦੀਆਂ ਐਂਬੂਲੈਂਸਾਂ ਖੁਦ ਦੀਆਂ। ਮਤਲਬ ਕਿ ਮੈਂ ਦੂਰ ਦੂਰ ਜਾਂਦੀ ਹੁੰਦੀ ਸੀ, ਜਿੱਦਾਂ ਡੈਡ ਬੋਡੀਆਂ ਲੈ ਕੇ ਯੂਪੀ, ਬਿਹਾਰ, ਨੇਪਾਲ, ਅਸਾਮ, ਰਾਜਸਥਾਨ, ਬੰਬੇ ਵੱਲ ਨੂੰ ਮੈਂ ਸਾਰੇ ਪਾਸੇ ਜਾਂਦੀ ਹੁੰਦੀ ਸੀ ਡੈਡ ਬੋਡੀਆਂ ਲੈ ਕੇ ਆਪਣੀ ਐਂਬੂਲੈਂਸ ਦੇ ਵਿੱਚ, ਬੇਟੇ ਨੂੰ ਨਾਲ ਲੈ ਕੇ। ਜੇ ਨਾ ਹੋਣਾ ਬੇਟੇ ਨੇ ਫਿਰ ਮੈਂ ਡਰਾਈਵਰ ਨਾਲ ਲੈ ਜਾਣਾ ਕਰਨਾ, ਮੈਂ ਜਾਣਾ ਕਰਨਾ ਕਿਉਂਕਿ ਮੈਂ ਆਪਣਾ ਘਰ ਬਣਾਉਣਾ ਸੀ ਹੈ ਨਾ। ਅਤੇ ਮੈਂ ਜਾਣਾ ਕਰਨਾ, ਮੇਰੀਆਂ ਉਹ ਗੱਡੀਆਂ ਵੇਗੀਆਂ ਉਹ ਕੇਸ ਦੇ ਚੱਕਰਾਂ 'ਚ। ਫਿਰ ਮੇਰੇ ਭਰਾਵਾਂ ਨੇ ਇੱਥੇ ਐਂਬੂਲੈਂਸ ਵਾਲੇ ਨੂੰ ਕਿਸੇ ਨੂੰ ਪੈਸੇ ਦਿੱਤੇ ਵੀ ਸਾਨੂੰ ਇਹਦੇ ਨਾਲ ਨਜਾਇਜ਼ ਫੋਟੋਆਂ ਖਿੱਚ ਕੇ ਦੇ, ਅਸੀਂ ਜੱਜ ਦੇ ਅੱਗੇ ਰੱਖਣੀਆਂ ਕਿ ਐਂਬੂਲੈਂਸ ਨਹੀਂ ਚਲਾਉਂਦੀ, ਇਹਦਾ ਹੱਕ ਕਾਹਦਾ ਬਣਦਾ ਵੀ ਇਹ ਧੰਦਾ ਕਰਦੀ ਆ ਉੱਥੇ, ਠੀਕ ਆ। ਫਿਰ ਉੱਥੋਂ ਵੀ ਇਹ ਕੇਸ ਮੈਂ ਹਾਰ ਗਈ, ਪਰ ਮੈਂ ਉਹ ਐਂਬੂਲੈਂਸ ਵਾਲੇ ਦੇ ਵੀ ਹੱਥ ਨਹੀਂ ਆਈ। ਉਸ ਤੋਂ ਬਾਅਦ ਇਹਨਾਂ ਮੇਰੇ ਭਰਾਵਾਂ ਨੇ ਉਸ ਐਂਬੂਲੈਂਸ ਵਾਲੇ ਨੂੰ ਕਹਿ ਤਾ ਕਿ ਇਹਦੇ ਮੁੰਡੇ 'ਤੇ ਕੇਸ ਪਾਉਣੇ ਸ਼ੁਰੂ ਕਰ ਦਿਓ। ਮੇਰਾ ਮੁੰਡਾ ਹਜੇ 14-15 ਸਾਲ ਦਾ ਸੀ। ਮੇਰੇ ਮੁੰਡੇ 'ਤੇ ਉਹਨੇ ਬੰਦੇ ਨੇ 2 ਕੇਸ ਪਾਤੇ। ਕਿਹੜੇ ਕੇਸ ਪਾਏ? ਇੱਕ ਉਹਨੇ ਬਲਾਤਕਾਰ ਦਾ ਪਾਤਾ ਕਿ ਮੇਰੀ ਜਨਾਨੀ ਦੇ ਕੱਪੜੇ ਪਾੜੇ ਆ। 13-14 ਸਾਲ ਦਾ ਬੱਚਾ ਕੀ ਕਰੂ? 13-14 ਸਾਲ ਦੇ ਬੱਚੇ ਦੇ, ਹਾਂ ਹੈ ਨਾ। ਇੱਕ ਉਹਨੇ ਪਾਤਾ 26 ਦਾ ਕੇਸ, ਮੇਰੇ ਸਿਰ 'ਚ ਰਾੜ ਮਾਰ ਕੇ। ਫਿਰ ਉਹਨੇ ਆਪਣੇ ਸਿਰ 'ਚ ਰਾੜ ਮਾਰ ਲਈ ਤੇ ਕਹਿਤਾ ਇਹਦੇ ਮੁੰਡੇ ਨੇ ਮੇਰਾ ਸਿਰ ਪਾੜਿਆ। 13-14 ਸਾਲ ਹਾਂ, ਇੰਨੇ ਸਿਰ ਦੇ ਬੱਚੇ ਦੇ ਹੈ ਨਾ। ਉਸ ਤੋਂ ਬਾਅਦ ਤੁਸੀਂ ਹਿਸਾਬ ਲਾ ਲਓ ਵੀ ਮੇਰੀ ਪੁਲਿਸ ਵਾਲਿਆਂ ਨੇ ਬਹੁਤ ਮਦਦ ਕੀਤੀ ਜਲੰਧਰ ਦੇ ਵਿੱਚ, ਸਾਰੀ ਪੁਲਿਸ ਨੇ ਬਹੁਤ ਮਦਦ ਕੀਤੀ ਹੈ। ਸਾਰੀਆਂ ਮੇਰੇ ਬੇਟੇ ਦੀਆਂ ਇਨਕੁਆਰੀਆਂ ਬੈਠੀਆਂ, ਮੈਡੀਕਲ ਬੋਰਡ ਬੈਠਾ,
ਅਸੀਂ ਸੱਚੇ ਸੀ। ਮੇਰਾ ਬੇਟਾ ਉਹਨਾਂ ਪਰਚਿਆਂ 'ਚ ਨਿਕਲ ਗਿਆ। ਫਿਰ ਉਸ ਤੋਂ ਬਾਅਦ ਮੇਰੇ ਬੱਚੇ ਦੀ +2 ਦੀ ਪੜ੍ਹਾਈ ਵੀ ਨਹੀਂ ਪੂਰੀ ਹੋਈ, ਨਹੀਂ ਹੋਈ ਪੂਰੀ। ਜਿਸ ਦਿਨ ਉਹਦੀ ਪੜ੍ਹਾਈ ਸੀ ਉਸ ਦਿਨ ਇਹਨਾਂ ਨੇ ਫਿਰ ਤੇ ਬੇਟੇ ਤੇ ਪਰਚਾ ਸੀ, ਪੁਲਿਸ ਵਾਲੇ ਲੈਣ ਆ ਗਏ। ਉਹਨਾਂ ਨੇ ਤੇ ਚਲੋ ਕਾਰਵਾਈ ਪਾਣੀ ਸੀ, ਉਹ 'ਤੇ ਨਹੀਂ ਆਪਾਂ ਕਹਿ ਸਕਦੇ ਹੈ ਨਾ। ਮੇਰੇ ਬੇਟੇ ਦੀਆਂ ਇਨਕੁਆਰੀਆਂ ਬੈਠੀਆਂ, ਮੈਥ ਦਾ ਸੀ ਉਹਦਾ, ਇੰਗਲਿਸ਼ ਦਾ ਪੇਪਰ ਸੀ ਉਹਦੇ ਪੇਪਰ ਜਿਹੜੇ ਦੋਨੇ ਰਹਿ ਗਏ ਬੱਚੇ ਦੇ। ਫਿਰ 5 ਦਿਨ ਦੇ ਵਿੱਚ ਡਾਕਟਰ ਸਾਹਿਬ ਨੇ ਬਾਹਰ ਭੇਜਤਾ ਕਿ ਮਨਜੀਤ ਇਹਨਾਂ ਦਾ ਕੰਜਰਖਾਨਾ ਇਹੀ ਰਹਿਣਾ, ਹੁਣ ਤੇ ਤੂੰ ਫੈਸਲਿਆਂ 'ਚੋਂ ਨਿਕਲ ਗਈ ਆ। ਮੈਂ ਸੱਚੀ ਸੀ, ਮੈਂ ਨਿਕਲ ਗਈ। ਤੁਸੀਂ ਸੋਚ ਲਓ ਕਿ ਮੈਂ ਫਿਰ ਬੱਚੇ ਨੂੰ ਕਿੱਦਾਂ ਬਾਹਰ ਭੇਜਿਆ, ਮੈਂ ਇਕੱਲੀ ਰਹਿਣ ਕਰਕੇ। ਅੱਜ ਦੇ ਟਾਈਮ ਦੇ ਵਿੱਚ ਉਹ ਬਾਹਰ ਕਿਹੜੀ ਕੰਟਰੀ ਨੇ ਉਹ? ਪਹਿਲਾਂ ਬੇਟੇ ਮੇਰੇ ਨੇ ਲੇਬਰ ਕੀਤੀ ਆ, ਹੁਣ ਉਹਦਾ ਲਾਇਸੈਂਸ ਬਣਾਇਆ, ਹੁਣ ਉਹ ਡਰਾਈਵਰ ਆ। ਹਾਂਜੀ, ਹੁਣ ਉਹ ਡਰਾਈਵਰ ਆ। ਮਤਲਬ ਕਿ ਮੈਨੂੰ ਹੁਣ ਜਿੱਦਾਂ ਲਾ ਲਓ ਕਿ ਮੈਨੂੰ ਸਕੂਨ ਆ ਵੀ ਚਲੋ ਮੈਂ ਦੂਰ ਤੇ ਹੈਗੀ ਆ ਉਹਦੇ ਤੋਂ, ਪਰ ਇੰਨਾ ਤਾਂ ਬੱਚਾ ਸੁਖੀ ਤੇ ਹੈਗਾ ਆ। ਇੱਥੋਂ ਅੱਗ ਦੇ ਵਿੱਚੋਂ ਨਿਕਲ ਗਿਆ, ਅੱਗ 'ਚੋਂ ਕੱਢਣ ਵਾਲੇ ਡਾਕਟਰ ਸਾਹਿਬ ਜਿਨ੍ਹਾਂ ਨੇ ਮਤਲਬ ਕਿ ਕੱਢਤਾ, ਡਾਕਟਰ ਸਾਹਿਬ ਹਾਂਜੀ, ਇਹਨਾਂ ਨੇ ਮੈਨੂੰ ਅੱਗ 'ਚੋਂ ਕੱਢਤਾ। ਮਤਲਬ ਮੇਰੀਆਂ ਗੱਡੀਆਂ ਵੀ ਵਿਕ ਗਈਆਂ, ਮੇਰਾ ਘਰ-ਬਾਰ ਵੀ ਸਾਰਾ ਚਲੇ ਗਿਆ, ਮੇਰਾ ਸਾਰਾ ਕੋਈ ਬੱਚਾ ਵੀ ਦੂਰ ਚਲੇ ਗਿਆ। ਪਰ ਮੈਂ ਫੇਰ ਵੀ ਸ਼ੁਕਰ ਕਰਨੀ ਆ, ਚਲੋ ਉਹਨਾਂ ਨੇ ਮੈਨੂੰ ਇਹਨਾਂ ਰਾਹਾਂ ਤੇ ਪਾਇਆ ਤੇ ਮੈਂ ਅੱਜ ਦੁਨੀਆ ਦੇ ਵਿੱਚ ਨਾਂ ਆ ਮੇਰਾ। ਪਰ ਇਕੱਲਾ ਨਾਮ ਹੀ ਤਾਂ ਕੰਮ ਨਹੀਂ ਆਉਂਦਾ, ਘਰ ਰੋਟੀ ਵੀ ਖਾਣ ਨੂੰ ਨਹੀਂ ਚਾਹੀਦੀ ਆ। ਆਖਰੀ ਸਵਾਲ ਰਹੂਗਾ ਭੈਣੇ, ਉਹ ਟਾਈਮ ਤੇ ਅੱਜ ਮੁੰਡਾ ਬਾਹਰ ਜਾ ਚੁੱਕਿਆ, ਦੁਬਈ ਦੇ ਵਿੱਚ ਰਹਿ ਰਿਹਾ, ਵਧੀਆ ਜੌਬ ਕਰ ਰਿਹਾ, ਕੀ ਦੇਖਦੇ ਹੋ ਕਿ ਉਸ ਸਮੇਂ ਨੂੰ ਲੱਗਦਾ ਕਿ ਯਾਰ ਚਲੋ ਉਹ ਇੰਨਾ ਤਾਪ ਵੀ ਹੰਢਾਇਆ ਆਪਣੇ ਪਿੰਡੇ ਤੇ, ਇੰਨਾ ਕੁਝ ਦੇਖਿਆ ਆਪਣੇ ਪਿੰਡੇ ਤੇ ਹੰਢਾਇਆ, ਤੇ ਅੱਜ ਮੇਰਾ ਪਰਮਾਤਮਾ ਦੀ ਕਿਰਪਾ ਨਾਲ ਮੁੰਡਾ ਸੈੱਟ ਆ ਬਾਹਰ? ਹਜੇ ਮੰਨ ਲਓ ਸੈੱਟ ਨਹੀਂ ਕਹਿ ਸਕਦੀ, ਕਿਉਂਕਿ ਹਜੇ ਮੈਂ ਕਿਰਾਏ ਦੇ ਘਰ ਤੇ ਰਹਿੰਦੀ ਹਾਂ। ਜਿੰਨਾ ਚਿਰ ਮੇਰਾ ਘਰ ਨਹੀਂ ਬਣਦਾ ਉਹਨਾਂ ਚਿਰ ਹਜੇ ਚਲੋ ਬੱਚੇ ਵੱਲੋਂ ਮੈਂ ਸ਼ਾਂਤ ਆ। ਬੱਚੇ ਵੱਲੋਂ ਮੈਂ ਸ਼ਾਂਤ ਆ, ਮੇਰੀ ਆਂਦਰਾਂ ਨੂੰ ਠੰਡ ਆ। ਤੇ ਮੈਂ ਜਿੱਧਰ ਨੂੰ ਜਾਂਦੀ ਹਾਂ ਲੋਕੀ ਇਹੀ ਕਹਿੰਦੇ ਮਨਜੀਤ ਐਂਬੂਲੈਂਸ ਵਾਲੀ ਜਾਂਦੀ ਆ। ਚਲੋ ਸਾਰਾ ਕੁਝ ਵੇਖ ਗਿਆ, ਰੱਬ ਨੇ ਨਾਂ ਤੇ ਦਿੱਤਾ ਹੈ ਨਾ। ਪਰ ਸ਼ੁਕਰ ਕਰਨੇ ਆ ਪਰਮਾਤਮਾ ਦਾ, ਚਲੋ ਉਹਨੇ ਦਿਮਾਗ ਉਹਨਾਂ ਮਾਲਕ ਨੇ ਦਿੱਤਾ ਤੇ ਅੱਜ ਮੈਂ ਇਸ ਲੈਣ ਤੇ ਪੈ ਗਈ ਹਾਂ। ਸਾਡੇ ਕਰਕੇ, ਮੇਰੇ ਕਰਕੇ ਖਰੇ ਕਿੰਨਿਆਂ ਦੀਆਂ ਜਾਨਾਂ ਬਚਦੀਆਂ ਆ, ਕਿੰਨੀਆਂ ਕੁ ਮੈਨੂੰ ਇੰਨਾ ਖੁਦ ਨੂੰ ਨਹੀਂ ਪਤਾ ਮੈਂ ਕਿੰਨੀਆਂ ਕੁ ਡੈਡ ਬੋਡੀਆਂ ਲੈ ਕੇ ਜਾ ਚੁੱਕੀ ਹਾਂ, ਕਿੰਨੇ ਕੁ ਮੈਂ ਪੇਸ਼ੈਂਟ ਲੈ ਕੇ ਜਾ ਚੁੱਕੀ ਹਾਂ। ਚਲੋ ਮੈਂ ਸ਼ੁਕਰ ਕਰਨੀ ਪਰਮਾਤਮਾ ਦਾ ਤੇ ਕਿ ਉਹਨੇ ਮੈਨੂੰ ਇਹਨਾਂ ਨੇ ਹੁਨਰ ਦਿੱਤਾ ਤੇ ਮੈਂ ਇੱਥੇ ਪੈ ਗਈ ਹਾਂ ਇਸ ਲੈਣ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਜ਼ਿੰਦਾ ਦਿਲ ਤੇ ਬਹੁਤ ਸਟਰੋਂਗ ਹੋ, ਰੋਇਆ ਨਾ ਕਰੋ, ਪਾਵਕ ਨਾ ਹੋਇਆ ਕਰੋ। ਕਹਿਣਾ ਚਾਹੁੰਦੀ ਆ ਸਾਡੇ ਅੱਜ ਦੀ ਜਿਹੜੀ ਸਮਾਜ ਤੇ ਸਰਕਾਰਾਂ ਨੇ ਨਾ ਇਹ ਗੱਲਾਂ ਕਹਿੰਦੀਆਂ ਆ ਕਿ ਧੀਆਂ ਦੇ ਹੱਕ ਆ, ਧੀਆਂ ਦਾ ਹੱਕ ਕੋਈ ਨਹੀਂ ਕਿਸੇ ਨੂੰ ਦਿੰਦਾ ਪਿਆ। ਇਹ ਸਟੇਜਾਂ ਤੇ ਚੜ੍ਹ ਕੇ, ਫੇਸਬੁੱਕਾਂ 'ਤੇ ਆਣ ਕੇ, ਯੂਟਿਊਬਾਂ 'ਤੇ ਆਣ ਕੇ, ਇਹ ਕੋਈ ਹੱਕ ਨਹੀਂ ਹੁੰਦਾ। ਹੱਕ ਉਹ ਹੁੰਦਾ ਅਗਲੇ ਨੂੰ ਹੱਕ ਦਿਓ, ਦਵਾਓ ਹੱਕ। ਜੇ ਅਗਲਾ ਨਹੀਂ ਲੈ ਸਕਦਾ ਵੀ ਅਗਲਾ ਜਦੋਜਹਿਦ ਕਰਦਾ ਉਹਨੂੰ ਉਹਦਾ ਹੱਕ ਤੇ ਦਵਾਓ ਕਮ ਸੇ ਕਮ। ਪਹਿਲੀ ਗੱਲ ਤਾਂ ਮਾਂ ਪਿਓ ਨੂੰ ਧੀਆਂ ਨੂੰ ਬਰਾਬਰ ਦਾ ਹੱਕ ਦੇਣਾ ਚਾਹੀਦਾ। ਇਕੱਲਾ ਉਹਨਾਂ ਨੂੰ ਵਸੀਅਤਾਂ ਵਿੱਚ ਨਾ ਲਿਖ ਦਿਓ ਵੀ ਇਹਦਾ ਹੱਕ ਆ, ਉਹਨਾਂ ਨੂੰ ਦਿਓ ਵੀ ਪੂਰਾ, ਫਿਰ ਇਹ ਹੱਕ ਹੁੰਦੇ ਆ। ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਸਾਰਿਆਂ ਨੂੰ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਕੁਝ ਦੇਖਣਾ, ਮੈਂ ਉਹੀ ਗੱਲ ਕਰਨਾ ਚਾਹੁੰਦਾ ਸੀਗਾ ਤੁਹਾਡੇ ਨਾਲ, ਪਰ ਤੁਸੀਂ ਭਾਵੁਕ ਹੋ ਰਹੇ ਸੀ, ਇਸ ਕਰਕੇ ਮੈਂ ਇਸ ਗੱਲ ਨੂੰ ਕਹਿ ਰਿਹਾ ਸੀ ਕਿ ਆਪਾਂ ਮੋਲਡ ਕਰ ਲਈਏ। ਤੁਸੀਂ ਬਹੁਤ ਜ਼ਿਆਦਾ ਭਾਵੁਕ ਹੋ ਰਹੇ ਸੀ। ਮੈਂ ਇਹੀ ਪੁੱਛਣਾ ਚਾਹੁੰਦਾ ਸੀਗਾ ਕਿ ਅੱਜ ਕੱਲ੍ਹ ਤਾਂ ਬਹੁਤ ਸਮਾਂ ਆ, ਸੋਸ਼ਲ ਮੀਡੀਆ 'ਤੇ ਬਹੁਤ ਐਸੀਆਂ ਸੰਸਥਾਵਾਂ ਨੇ ਜੋ ਹਰ ਇੱਕ ਪੱਖ ਤੋਂ ਇੱਕ ਲੜਕੀ ਦੇ ਨਾਲ, ਇੱਕ ਔਰਤ ਦੇ ਨਾਲ ਖੜ੍ਹਦੀਆਂ ਨੇ, ਤੁਸੀਂ ਉਹਨਾਂ ਨਾਲ ਸੰਪਰਕ? ਅੱਜ ਤੱਕ ਕੀ ਗੱਲ ਮੇਰੀਆਂ ਖਬਰਾਂ ਨਹੀਂ ਆਈਆਂ, ਜਾਂ ਮੇਰੇ ਟੀਵੀ ਤੇ ਨਹੀਂ ਆਇਆ, ਜਾਂ ਅਖਬਾਰਾਂ ਤੇ ਨਹੀਂ ਆਇਆ, ਸਾਰਿਆਂ ਨੇ ਦੇਖਿਆ। ਸਿਰਜਣਹਾਰੀ ਵਾਰਡ 'ਚ ਵੀ ਗਈ ਹਾਂ, ਇਹਦੇ 'ਚ ਗਈ ਹਾਂ, ਹੁਣ ਮੈਂ ਜਜ਼ਬਾ 'ਚ ਵੀ ਗਈ ਹਾਂ। ਕੀ ਗੱਲ ਕਿਸੇ ਨੇ ਵੇਖਿਆ ਨਹੀਂ? ਆਮ ਪਬਲਿਕ ਦੇਖਦੀ ਆ, ਉਹ ਮੇਰਾ ਮਾਣ ਕਰਦੇ ਆ। ਕੀ ਗੱਲ ਸਰਕਾਰਾਂ ਨਹੀਂ ਦੇਖਦੀਆਂ? ਮੈਂ ਤਾਂ ਸਿਵਲ ਹਸਪਤਾਲ ਗੱਡੀ ਖਿਲਾਰਦੀ ਸੀ ਮੇਰੀ, ਤੇ ਉੱਥੋਂ ਵੀ ਲੋਕਾਂ ਨੇ ਕਢਾਤੀ ਸੀ। ਮੈਨੂੰ ਤਾਂ ਕੋਈ ਸਰਕਾਰਾਂ ਵੱਲੋਂ ਬੋਰਡ ਨਹੀਂ ਹੋਇਆ। ਜੇ ਕੀਤਾ ਤਾਂ ਮੇਰੇ NRA ਭਰਾਵਾਂ ਨੇ ਕੀਤਾ ਆ, ਮੇਰੀ ਹੈਲਪ ਕੀਤੀ ਆ ਉਹਨਾਂ ਨੇ। ਜਦੋਂ ਵੀ ਮੈਂ ਇੱਦਾਂ ਰੋਈ ਆ ਉਹਨਾਂ ਨੇ ਮੇਰੀ ਸੁਣੀ ਆ, ਸੱਚੀ ਉਹਨਾਂ ਨੇ, ਮੈਂ ਰੋਟੀ ਦੀ ਮਥਾਜ ਸੀ ਜਦੋਂ ਮੇਰੀ, ਉਹਨਾਂ ਨੇ ਵੀ ਹੈਲਪ ਕੀਤੀ ਆ। NRA ਭਰਾਵਾਂ ਨੇ ਬਾਹਰ ਜਿਹੜੇ ਅਮਰੀਕਾ 'ਚ ਆ, ਕੈਨੇਡਾ 'ਚ ਆ, ਕਹਿੰਦੇ ਫੂਈ ਤਲਾ ਭਰਦਾ ਆ, ਪਰ ਉਹਨਾਂ ਨੇ ਜਿੰਨੀ ਵੀ ਮੇਰੀ ਮਦਦ ਕੀਤੀ ਆ ਮੈਂ ਬਹੁਤ ਆ, ਕਿਉਂਕਿ ਮੇਰੇ ਆਪਣੇ ਸਕੇ ਭਰਾਵਾਂ ਨਹੀਂ ਮੇਰੀ ਕੀਤੀ। ਉਹ ਮੇਰੇ ਕੁਛ ਨਾ ਹੋ ਲਾ ਕੇ ਮੇਰੇ ਸਾਰੇ ਕੁਛ ਆ। ਅੱਜ ਦੁਬਈ ਦੇ ਵਿੱਚ ਜਿਨ੍ਹਾਂ ਕੋਲ ਮੇਰਾ ਬੇਟਾ ਰਹਿੰਦਾ ਆ, ਉਹ ਵੀ ਉਹਨੂੰ ਆਪਣੇ ਬੱਚੇ ਵਾਂਗੂ ਸਮਝਦੇ ਆ, ਪੂਰੀ ਸਪੋਰਟ ਕਰਦੇ ਆ ਮੇਰੇ ਬੱਚੇ ਦੇ ਨਾਲ। ਤੇ ਮੈਂ ਕਿੱਦਾਂ ਕਹਿਦਾ ਕਿ ਸਮਾਜ ਜਿਹੜਾ ਮਾੜਾ, ਸਮਾਜ ਨਹੀਂ ਮਾੜਾ, ਸਾਡੀਆਂ ਸਰਕਾਰਾਂ ਮਾੜੀਆਂ ਨੇ। ਸਰਕਾਰਾਂ ਮਾੜੀਆਂ ਨੇ, ਭਾਵੇਂ ਅੱਜ ਕੋਈ ਆ ਜੇ, ਸਰਕਾਰਾਂ ਮਾੜੀਆਂ ਨੇ। ਉਹਨਾਂ ਨੂੰ ਆਪਣੇ ਨਾਲ, ਆਪਣੀ ਕੁਰਸੀ ਨਾਲ ਮਤਲਬ ਆ, ਕਿਸੇ ਨੂੰ ਕਿਸੇ ਦੇ ਦੁੱਖ ਨਾ। ਹੁਣ ਵੋਟਾਂ ਨੇ, ਵੋਟਾਂ ਦੇ ਟਾਈਮ ਸਾਰਿਆਂ ਨੇ ਆਉਣਾ, ਕੀ ਗੱਲ ਉਹਨਾਂ ਨੂੰ ਦਿਸਦਾ ਨਹੀਂ? ਹੁਣ ਦਿਸਦਾ ਨਹੀਂ? ਕਿਸਾਨ ਮਰਨ ਡੇ ਨੇ, ਉਹਨਾਂ ਨੂੰ ਦਿਸਦਾ ਨਹੀਂ? ਪਿੰਡਾਂ ਦੇ ਵਿੱਚ ਆਣ ਡੇ, ਉੱਥੇ ਜਾਓ ਕਿਸਾਨਾਂ ਦੇ ਕੋਲ, ਕੋਈ ਕੁਛ ਨਹੀਂ ਕਿਸੇ ਨੂੰ ਪੁੱਛਦਾ ਜੀ, ਐਵੇਂ ਗੱਲਾਂ ਹੀ ਆ। ਬਸ ਵੋਟਾਂ ਪਾਈ ਜਾਓ ਤਾਂ ਨਜ਼ਾਰੇ ਲਈ ਜਾਓ, ਇਹ ਕੁਛ ਆ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਸਮਾਂ ਦਿੱਤਾ, ਤੇ ਅਸੀਂ ਇਹੀ ਕਹਾਂਗੇ ਕਿ ਤੁਸੀਂ ਬਹੁਤ ਕੁਝ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ, ਬਹੁਤ ਤਾਪ ਆਪਣੇ ਪਿੰਡ ਦਾ, ਤੁਸੀਂ ਬਹੁਤ ਸਟਰੋਂਗ ਹੋ ਭੈਣੇ, ਰੋਇਆ ਨਾ ਕਰੋ।
ਮੈਂ ਇਹੀ ਕਹੂੰਗਾ, ਪਰਸਨਲੀ ਤੌਰ ਤੇ ਕਹਿ ਰਿਹਾ ਕਿ ਇਦਾਂ ਹੌਸਲਾ ਨਾ ਛੱਡੋ। ਉਦੋਂ ਹੁੰਦਾ ਜਦੋਂ ਆਪਣਾ ਅਤੀਤ ਅੰਦਰੋਂ ਵਰੁੰਦਿਆ ਜਾਂਦਾ, ਉਹ ਭੁੱਲਦੀਆਂ ਨਹੀਂ ਗੱਲਾਂ। ਮੈਂ ਮਰ ਵੀ ਜਾਵਾਂਗੀ, ਮੈਨੂੰ ਉਹ ਭੁੱਲਣੀਆਂ ਨਹੀਂ, ਉਹ ਨਹੀਂ ਭੁੱਲਣੀਆਂ। ਭਾਈ ਮੈਂ ਸਮਾਜ ਦੇ ਵਿੱਚ ਅੱਜ ਬਹੁਤ ਵਧੀਆ ਵਾਂ, ਪਰ ਮੈਂ ਉੱਦਾਂ ਨਹੀਂ ਰੋਈ ਕਦੀ। ਮੈਂ ਆਹ ਇੱਕ ਚੀਜ਼ ਜਿਹਨੂੰ ਕਹਿ ਲਾ, ਮੇਰਾ ਇੱਕ ਮਾਂ ਪਿਓ ਆ ਤੁਸੀਂ, ਜਿਹੜੇ ਆ ਜਦੋਂ ਆਣ ਕੇ ਨਾ ਤਾਂ ਮੇਰਾ ਦੁੱਖ ਸੁੱਖ ਸੁਣਨੇ ਆ, ਫਿਰ ਮੈਂ ਰੋਣੀ ਆ। ਮੈਂ ਰੋਂਦੀ ਨਹੀਂ ਹੁਣ, ਮੇਰਾ ਮਨ ਪੱਥਰ ਹੋ ਗਿਆ। ਕੋਈ ਮਰ ਵੀ ਜਾਵੇ ਨਾ, ਮੈਨੂੰ ਤਾਂ ਵੀ ਰੋਣ ਨਹੀਂ ਕਦੀ ਆਇਆ। ਇੱਕ ਉਹ ਮਨਜੀਤ ਹੁੰਦੀ ਸੀ ਜਦੋਂ ਕਿਸੇ ਦੀ ਡੈੱਡ ਬੋਡੀ ਵੇਖ ਕੇ ਰੋਣ ਲੱਗ ਪਈ ਸੀ, ਪਰ ਮੈਂ ਹੁਣ ਨਹੀਂ ਰੋਂਦੀ। ਹੁਣ ਮੈਨੂੰ ਰਵਾ ਹੀ ਇੰਨਾ ਕੁ ਛੱਡਿਆ ਕਿ ਅੱਖਾਂ ਦਾ ਪਾਣੀ ਇਹਨਾਂ ਨੇ ਮੁਕਾਤਾ ਮੇਰਾ। ਬਹੁਤ ਬਹੁਤ ਸ਼ੁਕਰੀਆ ਭੈਣੇ, ਤੁਸੀਂ ਆਪਣਾ ਸਮਾਂ ਦਿੱਤਾ ਸਾਨੂੰ। ਤੇ ਜਿਵੇਂ ਕਿ ਜੇ ਕੋਈ ਸਰਕਾਰੀ ਦਰਬਾਰ ਆ ਇਸ ਵੀਡੀਓ ਨੂੰ ਦੇਖ ਰਿਹਾ, ਤਾਂ ਭੈਣ ਦੀ ਗੱਲ ਪਤਾ ਨਹੀਂ ਕਿੰਨੇ ਚੈਨਲਾਂ 'ਤੇ, ਕਿੰਨੇ ਮੀਡੀਆ ਚੈਨਲਾਂ 'ਤੇ, ਕਿੰਨੇ ਪ੍ਰੋਗਰਾਮਾਂ 'ਤੇ ਗੱਲ ਹੋ ਚੁੱਕੀ ਆ ਬਾਰ-ਬਾਰ, ਤੇ ਹਲੇ ਵੀ ਸਿਰਫ ਇੱਕ ਫੈਸਲੇ ਦੀ ਉਡੀਕ ਕਰ ਰਹੇ ਨੇ। ਜੇ ਕੋਈ ਸਰਕਾਰੀ ਦਰਬਾਰਾ ਇਸ ਵੀਡੀਓ ਨੂੰ ਦੇਖ ਰਿਹਾ ਤਾਂ ਜ਼ਰੂਰ ਭੈਣ ਤੱਕ ਕੋਸ਼ਿਸ਼ ਕਰਨ, ਸੰਪਰਕ ਕਰਨ ਦੀ ਕੋਸ਼ਿਸ਼ ਕਰਨ। ਇਹੀ ਉਮੀਦ ਰੱਖ ਕੇ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋਗੇ, ਸ਼ਾਇਦ ਤੁਹਾਡੇ ਇੱਕ ਸ਼ੇਅਰ ਨਾਲ ਜਿਸ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਉਸ ਤੱਕ ਇਹ ਵੀਡੀਓ ਪਹੁੰਚ ਜਾਵੇ। ਉਮੀਦ ਇਹੀ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਤਦ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖੰਨਾ ਨੂੰ ਦਿਓ ਇਜਾਜ਼ਤ। ਦੇ ਰਹੋ ਰਹਿਮਤ ਟੀਵੀ। ਧੰਨਵਾਦ।